ਗੁਰੂ ਜੀ ਦੀ ਸਾਜੀ ਨਵਾਜੀ। ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰਬਾਣੀ ਗੁਰੂ ਵਿੱਚ ਜੋ ਆਪਾਂ ਨੂੰ ਖੇਡ ਸਮਝਾਉਂਦੇ, ਇਹ ਸੰਸਾਰ ਦੇ ਵਿੱਚ ਜਿਹੜਾ ਸਾਡਾ ਖੇਲ ਚੱਲਦਾ ਹੈ, ਇਧਰ ਸਾਰਾ ਖੇਲ ਹੈ ਦ੍ਰਿਸ਼ਟੀ ਦਾ। ਦ੍ਰਿਸ਼ਟੀ ਕਹਿੰਦੇ ਇਹ ਜਿਹੜਾ ਆਪਾਂ ਦੇਖਦੇ ਅੱਖਾਂ ਦਾ ਬਾਰ, ਇਸ ਨੂੰ ਦ੍ਰਿਸ਼ਟੀ ਕਹਿੰਦੇ। ਹੁਣ ਜਿਹੜਾ ਜੀਵ ਗੁਰੂ ਦੀ ਮੱਤ ਨਹੀਂ ਲੈਂਦਾ, ਜਿਹਨੇ ਸਤ ਸੰਗਤ ਨਹੀਂ ਕੀਤੀ, ਗੁਰੂ ਦੀ ਸ਼ਰਨ 'ਚ ਨਹੀਂ ਆਈ, ਉਹਨਾਂ ਦੀ ਜਿਹੜੀ ਦ੍ਰਿਸ਼ਟੀ ਹੈ ਮਾਇਆ ਦੇ ਵਿੱਚ ਹੁੰਦੀ ਹੈ। ਮਾਇਆ ਕੀ ਹੈ? ਇਹ ਆਕਾਰ ਸਰੀਰ ਜੋ ਵੀ ਆਪਾਂ ਨੂੰ ਇਹਨਾਂ ਨੇਤਰਾਂ ਦੁਆਰਾ, ਜੋ ਵੀ ਇਹ ਦ੍ਰਿਸ਼ਟੀ ਦੁਆਰਾ ਦਿਖਾਈ ਦਿੰਦਾ ਹੈ, ਦ੍ਰਿਸ਼ਟਮਾਨ ਇਸ ਨੂੰ ਮਾਇਆ ਆਖੀ। ਅਤੇ ਮਾਇਆ ਦਾ ਮੂਲ ਹੈ ਸਾਡਾ ਸਰੀਰ। ਇੱਕ ਤਾਂ ਇਹ ਮਾਇਆ ਹੈ ਜੋ ਸਾਨੂੰ ਦਿਖਾਈ ਦਿੰਦੀ ਹੈ, ਦੂਸਰੀ ਮਾਇਆ ਹੈ ਸੂਖਮ, ਜਿਹਦੇ ਵਿੱਚ ਵਿਚਾਰ ਚੱਲਦੇ, ਫੁਰਨੇ ਚੱਲਦੇ, ਜਿਨ੍ਹਾਂ ਨੂੰ ਤ੍ਰੈ ਗੁਣਾਂ ਦਾ ਨਾਮ ਦਿੱਤਾ, ਇਹਨੂੰ ਮਾਇਆ ਕਹਿੰਦੇ। ਹੁਣ ਮਨਮੁਖ ਜੀਵ ਨੇ ਆਪਣਾ ਜਿਹੜਾ ਬੇੜਾ ਹੈ ਉਹ ਇਹ ਮਾਇਆ ਦੇ ਵਿੱਚ ਖੜਾਇਆ ਹੋਇਆ ਹੈ, ਅਤੇ ਮਾਇਆ ਦੇ ਵਿੱਚ ਲਹਿਰਾਂ ਉੱਠਦੀਆਂ ਨੇ, ਭਵ ਸਾਗਰ, ਭਵ ਜਲ ਦੇ ਵਿੱਚ। ਹੁਣ ਉਹਨੂੰ ਇਹ ਵੀ ਨਹੀਂ ਪਤਾ ਵੀ ਬੇੜਾ ਕਿਹੜਾ ਹੈ ਅਤੇ ਕਿਵੇਂ ਮੈਂ ਇਸ ਬੇੜੇ ਨੂੰ ਇਹਨਾਂ ਲਹਿਰਾਂ ਤੋਂ ਬਚਾ ਕੇ ਮੈਂ ਭਵ ਸਾਗਰ ਤੋਂ ਪਾਰ ਲੰਘਣਾ। ਮਹਾਰਾਜ ਕਹਿੰਦੇ ਬਈ ਜੀਵ ਕੋਲ ਜਦੋਂ ਦਾ ਸਮਾਂ ਹੁੰਦਾ ਹੈ, ਸਵਾਸਾਂ ਦਾ ਧਨ ਹੈਗਾ, ਉਦੋਂ ਇਹ ਬੇੜੇ ਨੂੰ ਬੰਨ੍ਹਣ ਦੀ ਕੋਸ਼ਿਸ਼ ਨਹੀਂ ਕਰਦਾ ਬਈ ਮੈਂ ਇਸ ਬੇੜੇ ਨੂੰ ਬੰਨ੍ਹ ਕੇ ਕਿਨਾਰੇ ਲੈ ਜਾਵਾਂ, ਇਹਨਾਂ ਲਹਿਰਾਂ ਤੋਂ ਬਚ ਜਾਵਾਂ। ਅਤੇ ਜਦੋਂ ਅੰਤ ਸਮਾਂ ਆਉਂਦਾ, ਉਦੋਂ ਫਿਰ ਇਹ ਲਹਿਰਾਂ ਇੰਨੀਆਂ ਜ਼ਿਆਦਾ ਪ੍ਰਬਲ ਹੋ ਜਾਂਦੀਆਂ, ਫਿਰ ਜੇ ਆਖੀਏ ਵੀ ਤੂਫਾਨ ਆ ਗਿਆ ਉੱਧਰੋਂ,
ਤੇ ਆਖੀਏ ਵੀ ਹੁਣ ਬੇੜਾ ਅਸੀਂ ਪਾਰ ਲੰਘਾ ਲਈਏ, ਫਿਰ ਨਹੀਂ ਨਿਕਲਦਾ। ਜਿਵੇਂ ਜਿਹੜਾ ਕੋਈ ਬੇੜੇ ਦਾ ਮਲਾਹ ਹੁੰਦਾ ਹੈ ਤੇ ਉਹਨੂੰ ਪਤਾ ਲੱਗ ਜਾਂਦਾ ਵੀ ਹੁਣ ਤੂਫਾਨ ਆਉਣ ਵਾਲਾ ਸਮੁੰਦਰ 'ਚ, ਉਹ ਪਹਿਲਾਂ ਹੀ ਪ੍ਰਬੰਧ ਕਰਕੇ ਪਹਿਲਾਂ ਹੀ ਆਪਦੇ ਬੇੜੇ ਨੂੰ ਕਿਸੇ ਪਾਸੇ ਲਾ ਲੈਂਦੇ ਵੀ ਤਾਂ ਕਿ ਜੇ ਲਹਿਰਾਂ 'ਚ ਫਸ ਗਏ, ਤੂਫਾਨ 'ਚ ਫਸ ਗਏ ਤੇ ਨਿਕਲ ਨਹੀਂ ਸਕਦੇ। ਸੋ ਇਸੇ ਤਰ੍ਹਾਂ ਹੀ ਮਹਾਰਾਜ ਗੁਰਬਾਣੀ ਗੁਰੂ ਜੀ ਸਮਝਾਉਂਦੇ ਵੀ ਜਦੋਂ ਤਾਂ ਜੀਵ ਕੋਲ ਵੇਲਾ ਹੈ ਉਦੋਂ ਇਹ ਬੇੜੇ ਨੂੰ ਬੰਨ੍ਹਦਾ ਨਹੀਂ, ਤੇ ਜਦੋਂ ਫਿਰ ਇਹ ਅੰਤ ਸਮਾਂ ਹੁੰਦਾ ਫਿਰ ਲਹਿਰਾਂ ਇੰਨੀਆਂ ਉੱਚੀਆਂ ਉੱਠਦੀਆਂ ਤੇ ਫਿਰ ਤਰਨਾ ਬੜਾ ਔਖਾ, ਫਿਰ ਤਰਿਆ ਨਹੀਂ ਜਾਂਦਾ। ਸਤਿਗੁਰੂ ਫਰਮਾਉਂਦੇ ਬੇੜਾ ਬੰਧ ਨ ਸਕਿਓ, ਬੰਧਨ ਕੀ ਬੇਲਾ, ਪਰ ਸਰਵਰ ਜਬ ਉਛਲੇ ਤਬ ਤਰਨ ਦਹੇਲਾ। ਬਈ ਜਦੋਂ ਫਿਰ ਲਹਿਰਾਂ ਇੰਨੀਆਂ ਪ੍ਰਬਲ ਹੋ ਗਈਆਂ, ਕਹਿੰਦੇ ਤਰਨਾ ਫਿਰ ਬੜਾ ਦਹੇਲਾ, ਬੜਾ ਔਖਾ, ਫਿਰ ਨਹੀਂ ਤਰਿਆ ਜਾਂਦਾ। ਹੁਣ ਮਾਨਵਕ ਜੀਵ ਨੂੰ ਤਾਂ ਇਹ ਵੀ ਨਹੀਂ ਪਤਾ ਹੈ ਵੀ ਕਿਹੜਾ ਬੇੜਾ ਹੈ, ਕਿਸੇ ਨੇ ਇਸ ਬੇੜੇ ਨੂੰ ਠੇਲਿਆ ਤੇ ਕਿਵੇਂ ਇਸ ਬੇੜੇ ਨੂੰ ਹੁਣ ਮੈਂ ਪਾਰ ਲੰਘਾਉਣਾ। ਆਵਾ ਫਿਰ ਜਦੋਂ ਗੁਰੂ ਦੀ ਸ਼ਰਨ 'ਚ ਆਉਂਦੇ ਆ, ਸਤਿਗੁਰੂ ਆਪਾਂ ਨੂੰ ਭੇਜ ਦਿੰਦੇ, ਇਹ ਬੇੜਾ ਹੈ ਦ੍ਰਿਸ਼ਟੀ ਦਾ। ਦ੍ਰਿਸ਼ਟੀ ਦੁਆਰਾ ਹੁਣ ਅਸੀਂ ਇਹ ਮਾਇਆ ਦੇ ਵਿੱਚ ਆਪਣਾ ਬੇੜਾ ਜਿਹੜਾ ਦ੍ਰਿਸ਼ਟੀ ਵਾਲਾ ਇਸੇ ਠੇਲਿਆ ਹੋਇਆ, ਅਸੀਂ ਹੁਣ ਜਦੋਂ ਦੇਖਦੇ ਹਾਂ ਇਹ ਆਕਾਰਾਂ ਨੂੰ ਹੀ ਦੇਖਦੇ, ਸਰੀਰਾਂ ਨੂੰ ਹੀ ਦੇਖਦੇ, ਜਿਹੜੇ ਸਰੀਰ ਨਾਸਵਾਨ ਨੇ, ਜਿਹੜੇ ਮਿੱਥੇ ਹੋਏ। ਤੇ ਇਸ ਮਿੱਥੇ ਹੋਏ ਵਿੱਚ ਕੌਣ ਵੱਸਦਾ ਉਹਦਾ ਵੀ ਸਾਨੂੰ ਗਿਆਨ ਨਹੀਂ। ਤੇ ਜੋ ਮਾਲਕ ਹੈ ਪਰਮਾਤਮਾ ਵਾਹਿਗੁਰੂ ਸਾਡੇ ਨੇੜੇ, ਅਸੀਂ ਉਸ ਨੂੰ ਦੇਖਦੇ ਨਹੀਂ। ਇਸ ਲਈ ਮਹਾਰਾਜ ਕਹਿੰਦੇ ਵੀ ਪਰਮਾਤਮਾ ਨੇੜੇ, ਤੁਸੀਂ ਨੇੜੇ ਤਾਂ ਦੇਖਦੇ ਨਹੀਂ, ਤੁਸੀਂ ਸਿੱਧਾ ਹੀ ਪਰ ਘਰ ਪਰਾਈ ਘਰ ਚਲੇ ਜਾਂਦੇ ਹੋ। ਨਿਕਟ ਨਾ ਪੇਖੇ ਪਰ ਗਰੇ ਜਾਈ, ਬਈ ਮਾਲਕ ਨੇੜੇ ਹੈ, ਤੁਸੀਂ ਨੇੜੇ ਉਹਨੂੰ ਦੇਖਦੇ ਨਹੀਂ ਤੇ ਸਿੱਧਾ ਹੀ ਬਗਾਨੇ ਘਰ ਪਰਾਈ ਘਰ ਨੂੰ ਦੇਖਣਾ ਸ਼ੁਰੂ ਕਰ ਦਿੰਦੇ, ਮਾਇਆ ਦੇ ਘਰ ਨੂੰ। ਤੇ ਉਹ ਮਾਇਆ ਦੇ ਵਿੱਚ ਫਿਰ ਸਾਡਾ ਇਹ ਬੇੜਾ ਜਿਹੜਾ ਇਹ ਅਟਕ ਜਾਂਦਾ, ਮਾਇਆ ਦੇ ਵਿੱਚ ਇਹ ਬੇੜਾ ਰੁਕ ਜਾਂਦਾ। ਆਪਾਂ ਨੂੰ ਫਿਰ ਸਮਝਾਉਂਦੇ ਵੀ ਜੇ ਹੁਣ ਅਸੀਂ ਇਹ ਨੇਤਰਾਂ ਦੁਆਰਾ ਮਾਇਆ ਨੂੰ ਹੀ ਦੇਖਦੇ ਰਹੇ, ਪਰਮਾਤਮਾ ਨੂੰ ਦੇਖਿਆ ਨਾ, ਇਹ ਬੇੜੀ ਜਿਹੜਾ ਦ੍ਰਿਸ਼ਟੀ ਵਾਲਾ ਬੇੜਾ ਇਹ ਅਸੀਂ ਹੁਣ ਬੰਨਿਆ ਨਾ, ਫਿਰ ਜਦੋਂ ਦਿੱਤਾ ਹੋਇਆ ਸਮਾਂ ਖਤਮ ਆ ਗਿਆ, ਜਾਣ ਤੋਂ ਸਮਾਂ ਆਇਆ ਤੇ ਅਸੀਂ ਆਖੀਏ ਵੀ ਇੱਕਦਮ ਹੁਣ ਬੰਨ੍ਹ ਲਈਏ ਤੇ ਫਿਰ ਨਹੀਂ ਬੰਨਿਆ ਜਾਂਦਾ। ਇਸ ਲਈ ਮਹਾਰਾਜ ਕਹਿੰਦੇ ਵੀ ਜਦ ਤੱਕ ਤਾਂ ਜੀਵ ਕੋਲ ਸਮਾਂ ਹੈ, ਘਰ ਸਾਬਤ ਹੈ, ਉਹਨਾਂ ਸਮਾਂ ਦਾ ਹੀ ਆਪਣਾ ਆਪਾਂ ਕੁਝ ਸਵਾਰਦਾ ਨਹੀਂ। ਜਦੋਂ ਘਰ ਢਹਿਣ ਲੱਗਦਾ, ਜਦੋਂ ਅੰਤ ਸਮਾਂ ਹੁੰਦਾ, ਘਰ ਨੂੰ ਅੱਗ ਲੱਗ ਜਾਂਦੀ, ਫਿਰ ਫਟਾਫਟ ਦੌੜ ਕੇ ਆਉਂਦਾ ਬਾਹਰੋਂ, ਫਿਰ ਕਹਿੰਦਾ ਵੀ ਹੁਣ ਛੇਤੀ ਕਰੋ, ਖੂਹ ਪੁੱਟੋ, ਪਾਣੀ ਕੱਢੋ ਤੇ ਮੇਰੀ ਅੱਗ ਬੁਝਾਓ। ਤੇ ਉਦੋਂ ਫਿਰ ਕਿੱਥੋਂ ਖੂਹ ਪੁੱਟਿਆ ਜਾਵੇ ਤੇ ਕਿੱਥੋਂ ਪਾਣੀ ਨਿਕਲੇ ਤੇ ਕਿੱਥੋਂ ਅੱਗ ਬੁਝੇ। ਇਸ ਲਈ ਮਾਰੇ ਫਰਮਾਉਂਦੇ ਜਬ ਲਗ ਜੀਓ ਪਿੰਡ ਹੈ ਸਾਬਤ, ਤਬ ਲਗ ਕਿਛ ਨ ਸਵਾਰੇ, ਘਰ ਮੰਦਰ ਜਬ ਆਗ ਲਗਾਣੀ, ਕੱਢ ਕੂਪ ਕੱਢੇ ਪਨਹਾਰੀ।
ਸਤਿਗੁਰੂ ਕਹਿੰਦੇ ਵੀ ਜਦ ਤੱਕ ਤਾਂ ਪਿੰਡ ਸਾਬਤ ਹੈ ਉਹਨਾਂ ਸਮਾਂ ਨਹੀਂ ਸਵਾਰਦਾ, ਵੀ ਮੈਂ ਪਹਿਲਾਂ ਹੀ ਪ੍ਰਬੰਧ ਕਰ ਲਾਂ, ਪਹਿਲਾਂ ਹੀ ਮੈਂ ਬੇੜਾ ਆਪਦਾ ਪਾਰ ਲੰਘਾ ਲਾਂ। ਜਦੋਂ ਘਰ ਢਹਿਣ ਲੱਗਦਾ ਉਦੋਂ ਕਹਿੰਦਾ ਵੀ ਹੁਣ ਇਹਨੂੰ ਬਚਾਓ, ਤੇ ਉਦੋਂ ਬਚਦਾ ਨਹੀਂ। ਸੋ ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਵੀ ਪਹਿਲਾਂ ਹੀ ਤੁਸੀਂ ਆਪਣਾ ਜਿਹੜਾ ਪ੍ਰਬੰਧ ਹੈ ਪ੍ਰਬੰਧ ਕਰ ਲਓ, ਪਹਿਲਾਂ ਹੀ ਤੁਸੀਂ ਆਪਦਾ ਜਿਹੜਾ ਇਹ ਬੇੜਾ ਹੈ ਇਹ ਬੇੜਾ ਕਿਨਾਰੇ 'ਤੇ ਲਾ ਲਓ, ਤਾਂ ਕਿ ਜਦੋਂ ਦੇਖਿਆ ਸੀ ਵੀ ਤੂਫਾਨ ਉੱਠਣ ਲੱਗਿਆ, ਲਹਿਰਾਂ ਵਧਣ ਲੱਗੀਆਂ, ਅਸੀਂ ਸਿੱਧਾ ਹੀ ਆਪਦੇ ਘਰ ਉੱਚੇ ਸਥਾਨ 'ਤੇ ਚਲੇ ਜਾਵਾਂਗੇ। ਸਾਡਾ ਜਿਹੜਾ ਘਰ, ਸਾਡਾ ਸਥਾਨ ਉਹ ਸਭ ਤੋਂ ਉੱਚਾ, ਤੇ ਲਹਿਰਾਂ ਥੱਲੇ ਬਹਿੰਦੀਆਂ ਜਾਣਗੀਆਂ ਤੇ ਅਸੀਂ ਇਸ ਤੋਂ ਉੱਪਰ ਉੱਠ ਜਾਵਾਂਗੇ। ਹੁਣ ਜੇ ਅਸੀਂ ਉਹ ਉੱਚੇ ਸਥਾਨ 'ਤੇ ਵਸਣਾ ਸ਼ੁਰੂ ਨਹੀਂ ਕੀਤਾ, ਉਸ ਸਥਾਨ ਦਾ ਭੇਤ ਨਹੀਂ ਲਿਆ, ਤੇ ਫਿਰ ਇਹ ਲਹਿਰਾਂ ਨੇ ਸਾਨੂੰ ਵਹਾ ਕੇ ਲੈ ਜਾਣਾ ਨਾਲ ਵਿੱਚ ਹੀ। ਤੇ ਜਦੋਂ ਲਹਿਰਾਂ ਵਹਾ ਕੇ ਲੈ ਜਾਂਦੀਆਂ ਤੇ ਸਾਨੂੰ ਵਾਪਸ ਫੇਰ ਆਕਾਰਾਂ ਦੇ ਵਿੱਚ, ਫੇਰ ਜੂਨਾਂ ਦੇ ਵਿੱਚ ਆਉਣਾ ਪੈਂਦਾ ਹੈ। ਸੋ ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਵੀ ਹੁਣ ਇਹ ਜਿਹੜੀ ਸਾਡੀ ਦ੍ਰਿਸ਼ਟੀ ਹੈ, ਇਹ ਸਾਰਾ ਖੇਲ ਦ੍ਰਿਸ਼ਟੀ ਦਾ ਤੇ ਦ੍ਰਿਸ਼ਟੀ ਦੀ ਪੜ੍ਹਾਈ ਹੈ। ਜੋ ਇਹ ਬ੍ਰਹਮ ਦਾ ਗਿਆਨ, ਬ੍ਰਹਮ ਵਿਦਿਆ ਸਤਿਗੁਰੂ ਆਪਾਂ ਨੂੰ ਦੇ ਰਹੇ, ਸਤ ਸੰਗਤ ਨੂੰ ਸਤਿਗੁਰੂ ਦਾ ਸਕੂਲ ਆਖੇ। ਜਿਵੇਂ ਆਪਾਂ ਸੰਸਾਰ ਦੀ ਵਿਦਿਆ ਪੜ੍ਹਨ ਵਾਸਤੇ ਬੱਚਿਆਂ ਨੂੰ ਸਕੂਲਾਂ 'ਚ ਭੇਜਦੇ ਹਾਂ, ਹੁਣ ਉਹ ਜਿਹੜਾ ਬਾਹਰੀ ਗਿਆਨ ਹੈ ਤੇ ਗੁਰਬਾਣੀ ਗੁਰੂ ਵਿੱਚ ਜੋ ਸਤਿਗੁਰਾਂ ਨੇ ਆਪਾਂ ਨੂੰ ਗਿਆਨ ਦਿੱਤਾ, ਉਹ ਸਾਡੇ ਅੰਦਰ ਦਾ ਤੇ ਸਾਰਾ ਦ੍ਰਿਸ਼ਟੀ ਦੀ ਪੜ੍ਹਾਈ ਹੈ। ਆਪਾਂ ਨੂੰ ਸਮਝਾਉਂਦੇ ਵੀ ਜਦੋਂ ਸਾਹਮਣੇ ਕੋਈ ਦ੍ਰਿਸ਼ਟੀ ਦੇ ਵਿੱਚ ਕੌਣ ਬੈਠਾ, ਕੌਣ ਸਾਡੇ ਨਾਲ ਗੱਲ ਕਰ ਰਿਹਾ, ਉਹ ਸਾਨੂੰ ਪਤਾ ਲੱਗ ਜਾਂਦਾ। ਬਈ ਜਿਵੇਂ ਹੁਣ ਇਹ ਦ੍ਰਿਸ਼ਟੀ ਦਾ ਇਸਤੇਮਾਲ ਵਾਰੀ ਵਾਰੀ ਹੁੰਦਾ ਹੈ। ਜਿਹੜਾ ਤਾਂ ਜੀਵ ਸਤ ਸੰਗਤ ਨਹੀਂ ਕਰਦਾ, ਗੁਰੂ ਦੀ ਸ਼ਰਨ 'ਚ ਨਹੀਂ ਆਇਆ, ਫਿਰ ਉਹਦੀ ਦ੍ਰਿਸ਼ਟੀ ਦਾ ਇਸਤੇਮਾਲ ਇਹ 5 ਦੂਤ ਕਰਦੀ: ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਜਦੋਂ ਇਹ ਦ੍ਰਿਸ਼ਟੀ ਦਾ ਇਸਤੇਮਾਲ ਕਰਨਗੇ ਤੇ ਨਾਲ ਹੀ ਫਿਰ ਇਹਨਾਂ ਦੀ ਜਿਹੜੀ ਭਾਸ਼ਾ ਵੀ ਇਹ ਬੋਲਦੇ ਕਿਵੇਂ ਨੇ, ਵੀ ਤਾਂ ਕਿ ਸਾਨੂੰ ਪਤਾ ਲੱਗ ਜੇ ਵੀ ਕੌਣ ਬੋਲ ਰਿਹਾ ਸਾਹਮਣੇ, ਕੌਣ ਸਾਡੇ ਨਾਲ ਗੱਲ ਕਰ ਰਿਹਾ, ਕੌਣ ਦ੍ਰਿਸ਼ਟੀ 'ਚ ਬੈਠਾ ਹੈ। ਜਦੋਂ ਲੋਭ ਬੈਠਾ ਹੋਏਗਾ ਉਦੋਂ ਜੀਵ ਦੀ ਦ੍ਰਿਸ਼ਟੀ ਹੋਰ ਹੋ ਜਾਏਗੀ ਤੇ ਵਚਨ ਹੋਰ ਹੋਣਗੇ। ਜਦੋਂ ਹੰਕਾਰ ਬੈਠਾ ਹੁੰਦਾ ਉਦੋਂ ਦ੍ਰਿਸ਼ਟੀ ਹੋਰ ਹੋ ਜਾਂਦੀ ਤੇ ਵਚਨ ਹੋਰ ਹੋ ਜਾਂਦੇ। ਜਦੋਂ ਕਾਮ ਬੈਠਾ ਹੁੰਦਾ ਉਦੋਂ ਦ੍ਰਿਸ਼ਟੀ ਹੋਰ ਤੇ ਵਚਨ ਹੋਰ ਹੋ ਜਾਂਦੇ। ਜਦੋਂ ਹੰਕਾਰ ਬੈਠਾ ਹੁੰਦਾ ਉਦੋਂ ਦ੍ਰਿਸ਼ਟੀ ਹੋਰ ਤੇ ਵਚਨ ਹੋਰ ਹੁੰਦੇ। ਜਦੋਂ ਆ ਕੇ ਮੋਹ ਬਹਿੰਦਾ ਉਦੋਂ ਦ੍ਰਿਸ਼ਟੀ ਹੋਰ ਹੋ ਜਾਂਦੀ ਤੇ ਵਚਨ ਨੇ ਜਿਹੜੇ ਉਹ ਹੋਰ ਹੋ ਜਾਂਦੇ। ਹੁਣ ਜੇ ਸਾਡਾ ਮਨ ਦ੍ਰਿਸ਼ਟੀ ਵਿੱਚ ਬਹਿੰਦਾ ਤੇ ਉਦੋਂ ਹੀ ਪਤਾ ਲੱਗ ਜਾਏਗਾ ਵੀ ਇਹ ਮਨ ਬੈਠਾ। ਤੇ ਜਦੋਂ ਮਨ ਦਾ ਆਪਾ ਭਾਵ ਖਤਮ ਹੋ ਜਾਂਦਾ, ਘਰ ਬੈਠ ਜਾਂਦਾ, ਫਿਰ ਇਸੇ ਦ੍ਰਿਸ਼ਟੀ ਦਾ ਹੀ ਇਸਤੇਮਾਲ ਸਤਿਪੁਰਖ ਆਤਮ ਰਾਮ ਸਤਿਗੁਰੂ ਉਹ ਕਰਨਾ ਸ਼ੁਰੂ ਕਰ ਦਿੰਦੇ। ਇਹ ਫਿਰ ਸਾਨੂੰ ਦੱਸਿਆ ਵੀ ਸਾਨੂੰ ਪਤਾ ਲੱਗ ਜਾਂਦਾ ਵੀ ਸਾਹਮਣੇ ਵਾਲੀ ਦ੍ਰਿਸ਼ਟੀ ਦੇ ਵਿੱਚ ਕੌਣ ਬੈਠਾ। ਜੇ 5 ਬੈਠੇ ਹੋਣਗੇ ਉਦੋਂ ਭਾਸ਼ਾ ਜੀਵ ਦੀ ਹੋਰ ਹੁੰਦੀ।
ਜੇ ਮਨ ਬੈਠਾ ਹੋਏਗਾ ਉਹ ਮਨ ਹੈ ਜਿਹੜਾ ਫਿਰ ਉਹ ਨਿਮਰਤਾ 'ਚ ਬੋਲੇਗਾ, ਉਹ ਆਪਦੇ ਆਪ ਨੂੰ ਨਿਮਾਣਾ ਸਮਝੇਗਾ। ਅਤੇ ਜਦੋਂ ਸਤਿਗੁਰੂ ਬੈਠੇ ਹੁੰਦੇ ਉਹ ਦ੍ਰਿਸ਼ਟੀ ਫਿਰ ਅੰਮ੍ਰਿਤਮਈ ਹੋ ਜਾਂਦੀ। ਉਹ ਵਚਨ ਹੁੰਦੇ ਜਿਹੜੇ ਉਹ ਵਚਨ ਵੀ ਅੰਮ੍ਰਿਤਮਈ ਹੁੰਦੇ। ਸਤਿਗੁਰੂ ਉਦੋਂ ਬੋਲਦੇ, ਉਦੋਂ ਸਾਡੀ ਦ੍ਰਿਸ਼ਟੀ ਦਾ ਇਸਤੇਮਾਲ ਕਰਦੇ ਜਦੋਂ ਸਾਡਾ ਮਨ ਘਰ ਬੈਠ ਜਾਂਦਾ ਸਹਿਜ ਦੇ ਵਿੱਚ। ਅਤੇ ਸਹਿਜ ਵਿੱਚ ਉਦੋਂ ਬਹਿੰਦਾ ਜਦੋਂ ਇਹਨੂੰ ਗਿਆਨ ਹੁੰਦਾ ਆਪਦੇ ਘਰ ਦਾ। ਜਦੋਂ ਇਹਨੂੰ ਗਿਆਨ ਹੋਏਗਾ ਫਿਰ ਇਹ ਘਰ ਬੈਠੇਗਾ। ਜਦ ਤੱਕ ਇਹਨੂੰ ਗਿਆਨ ਨਹੀਂ ਇਹਨੂੰ ਅਤੇ ਇਹਨੇ ਘਰ ਤਾਂ ਬਹਿੰਦਾ ਹੀ ਨਹੀਂ। ਫਿਰ ਘਰ ਆਪਣਾ ਸੌਣਾ ਸਹਿਜ। ਅਤੇ ਜਦੋਂ ਮਨ ਸਹਿਜ ਵਿੱਚ ਬੈਠ ਜਾਂਦਾ, ਘਰ ਬੈਠ ਜਾਂਦਾ, ਸਵੇਰੇ ਸਾਡੀ ਦ੍ਰਿਸ਼ਟੀ ਦਾ ਇਹ ਰਸਨਾ ਦਾ ਸਤਿਗੁਰੂ ਆਪ ਇਸਤੇਮਾਲ ਕਰਦੇ। ਮਾਰੇ ਫਰਮਾਉਂਦੇ ਸੁਨ ਸਹਿਜ ਮੇ ਰਹਿਆ ਸਮਾਏ, ਮਨ ਮਤੇ ਜਾਣੇ ਜੇ ਕੋਈ, ਜੋ ਬੋਲੇ ਸੋ ਆਪੇ ਹੋਏ। ਬਈ ਮਨ ਜਦੋਂ ਘਰ ਬੈਠ ਗਿਆ ਸਹਿਜ ਦੇ ਵਿੱਚ, ਫਿਰ ਜੋ ਵੀ ਬੋਲਦਾ ਉਹ ਸਤਿਗੁਰੂ ਬੋਲਦੇ। ਫਿਰ ਉਹ ਜੋ ਸਾਨੂੰ ਸਮਝਾਉਣਾ ਚਾਹੁੰਦੇ, ਜੋ ਸਾਨੂੰ ਜੀਵਨ ਨੂੰ ਉਪਦੇਸ਼ ਦੇਣਾ ਚਾਹੁੰਦੇ, ਫਿਰ ਉਹ ਗੁਰਮੁਖਾਂ ਦੇ ਮੁਖ ਰਾਹੀਂ ਬੋਲਦੇ ਨੇ। ਬੋਲਦੇ ਉਹਨਾਂ ਦੇ ਜਿਨ੍ਹਾਂ ਦਾ ਮਨ ਘਰੇ ਬੈਠਾ, ਘਰੇ ਬਹਿ ਗਿਆ। ਫਿਰ ਉਹਨਾਂ ਦੀ ਰਸਨਾ ਦਾ ਇਸਤੇਮਾਲ ਉਹ ਆਪ ਕਰਦੇ, ਉਹਨਾਂ ਦੀ ਦ੍ਰਿਸ਼ਟੀ ਦਾ ਇਸਤੇਮਾਲ ਉਹ ਆਪ ਕਰਦੇ। ਇਸ ਲਈ ਫਿਰ ਸਾਨੂੰ ਸਮਝਾਉਂਦੇ ਵੀ ਪਰਮਾਤਮਾ ਵਸਦਾ ਸਾਧੂ ਜਨਾਂ ਦੀ ਰਸਨਾ 'ਤੇ, ਕਿਉਂਕਿ ਉਹਨਾਂ ਦੀ ਰਸਨਾ 'ਤੇ ਆਪ ਬੋਲਦਾ। ਪ੍ਰਭ ਜੀ ਵਸੇ ਸਾਧ ਕੀ ਰਸਨਾ। ਬਈ ਜਿਹੜੇ ਗੁਰਮੁਖ ਘਰ ਬੈਠ ਕੇ ਉਹਨਾਂ ਨੂੰ ਸੰਤ, ਸਾਧੂ, ਭਗਤ, ਬ੍ਰਹਮ ਗਿਆਨੀ, ਗੁਰਸਿੱਖ ਇਹ ਨਾਮਾਂ ਦੇ ਨਾਲ ਨਵਾਜਿਆ ਗਿਆ ਗੁਰਬਾਣੀ 'ਚ। ਅਤੇ ਉਹਨਾਂ ਦੇ ਫਿਰ ਮੁਖ ਦਾ, ਉਹਨਾਂ ਦੀ ਦ੍ਰਿਸ਼ਟੀ ਦਾ ਮਾਲਕ ਆਪ ਇਸਤੇਮਾਲ ਕਰਦਾ। ਜੋ ਸਾਨੂੰ ਜੀਵਾਂ ਨੂੰ ਕਹਿਣਾ ਚਾਹੁੰਦਾ ਫਿਰ ਉਹਨਾਂ ਦੇ ਮੁਖ ਰਾਹੀਂ ਕਹਿੰਦਾ। ਇਸ ਲਈ ਗੁਰੂ ਨਾਨਕ ਦੇਵ ਜੀ ਜਦੋਂ ਸੰਸਾਰ ਵਿੱਚ ਆਏ, ਉਹਨਾਂ ਨੂੰ ਸਤਿਗੁਰੂ ਦਾ ਵੀ ਖਿਤਾਬ ਹੈ ਅਤੇ ਉਹਨਾਂ ਨੂੰ ਗੁਰਮੁਖ ਦਾ ਵੀ ਖਿਤਾਬ ਦਿੱਤਾ ਗਿਆ। ਅਤੇ ਉਹਨਾਂ ਨੇ ਦੱਸਿਆ ਵੀ ਜੋ ਮਾਲਕ ਕਹਿਣਾ ਚਾਹੁੰਦਾ ਸਾਡੇ ਜੀਵਾਂ ਵਾਸਤੇ ਉਹਨਾਂ ਦੇ ਮੁਖ ਰਾਹੀਂ ਉਪਦੇਸ਼ ਦਿੰਦੇ। ਫਰਮਾਉਂਦੇ ਜੈਸੀ ਮੈਂ ਆਵੇ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ। ਵੀ ਜੋ ਮਾਲਕ ਕਹਿਣਾ ਚਾਹੁੰਦਾ ਗੁਰਮੁਖਾਂ ਦੇ ਮੁਖ ਰਾਹੀਂ ਕਹਿੰਦਾ। ਅਤੇ ਜਦੋਂ ਉਹ ਕਹਿੰਦਾ ਮਾਲਕ, ਫਿਰ ਉਹ ਜਿਹੜਾ ਉਪਦੇਸ਼ ਹੁੰਦਾ ਉਹ ਸਾਡੇ ਸਾਰਿਆਂ ਜੀਵਾਂ ਵਾਸਤੇ ਸਾਂਝਾ ਹੁੰਦਾ। ਚੌਂ ਵਰਨਾਂ ਨੂੰ ਸਾਂਝਾ, ਕਿਸੇ ਇੱਕ ਖਾਸ ਵਾਸਤੇ ਨਹੀਂ। ਕਿਸੇ ਖਾਸ ਜਾਤ ਵਾਲੇ, ਕਿਸੇ ਖਾਸ ਧਰਮ ਵਾਲੇ, ਕਿਸੇ ਖਾਸ ਫਿਰਕੇ ਵਾਸਤੇ, ਸਭ ਵਾਸਤੇ ਸਾਂਝਾ, ਸਾਰੀ ਲੋਕਾਈ ਵਾਸਤੇ। ਜਿਹੜਾ ਵੀ ਜੀ ਮਨ ਸਜਾਮੇ 'ਚ ਆਇਆ, ਜੇ ਉਹ ਉਪਦੇਸ਼ ਨੂੰ ਸੁਣ ਲਵੇ ਅਤੇ ਸੁਣ ਕੇ ਮੰਨ ਲਵੇ ਅਤੇ ਉਹ ਪਰਮਾਤਮਾ ਨੂੰ ਮਿਲ ਸਕਦਾ। ਇਸ ਲਈ ਮਹਾਰਾਜ ਕਹਿੰਦੇ ਖੱਤਰੀ, ਬ੍ਰਾਹਮਣ, ਸੂਦ, ਵੈਸ, ਉਪਦੇਸ਼ ਚੌਂ ਵਰਨਾਂ ਕੋ ਸਾਂਝਾ। ਜਦੋਂ ਗੁਰੂ ਨਾਨਕ ਦੇਵ ਜੀ ਆਏ ਸੰਸਾਰ 'ਚ, ਉਦੋਂ ਜੀਵ ਚੌਂ ਵਰਨਾਂ 'ਚ ਵੰਡੇ ਹੋਏ ਸੀ। ਕੁਝ ਆਪਣੇ ਆਪ ਨੂੰ ਬ੍ਰਾਹਮਣ, ਕੁਝ ਕਸ਼ੱਤਰੀ, ਕੁਝ ਸ਼ੂਦਰ ਦੇ, ਕੁਝ ਵੈਸ। ਅਤੇ ਮਹਾਰਾਜ ਨੇ ਸਾਰਿਆਂ ਲਈ ਸਾਂਝਾ ਉਪਦੇਸ਼ ਦਿੱਤਾ ਵੀ ਕਿਸੇ ਖਾਸ ਵਾਸਤੇ ਨਹੀਂ, ਸਭ ਲਈ। ਇਸ ਵਾਸਤੇ ਫਿਰ
ਸਤਿਗੁਰੂ ਜਦੋਂ ਉਪਦੇਸ਼ ਦਿੰਦੇ ਉਹ ਸਾਰਿਆਂ ਲਈ ਸਾਂਝਾ ਹੁੰਦਾ। ਤੇ ਇਸੇ ਕਰਕੇ ਫਿਰ ਉਹਨਾਂ ਗੁਰਮੁਖਾਂ ਨੂੰ ਮਹਾਂਪੁਰਖਾਂ ਦਾ ਵੀ ਨਾਂ ਦੇ ਦਿੰਦੇ। ਪਰਥਾਈ ਸਾਖੀ ਮਹਾਂਪੁਰਖ ਬੋਲਦੇ, ਸਾਂਝੀ ਸਗਲ ਜਹਾਨੀ। ਬਈ ਸਾਰੇ ਜਹਾਨ ਨੂੰ ਸਾਂਝਾ, ਸਾਰਿਆਂ ਲਈ। ਇਹ ਨਹੀਂ ਵੀ ਕਿਸੇ ਖਾਸ ਵਾਸਤੇ ਜਾਂ ਕਿਸੇ ਇੱਕ ਵਾਸਤੇ। ਉਹ ਇਸ ਵਾਸਤੇ ਸਾਨੂੰ ਗੁਰੂ ਸਾਹਿਬਾਨਾਂ ਨੇ, ਭਗਤਾਂ ਨੇ ਜੋ ਸਾਨੂੰ ਉਪਦੇਸ਼ ਦਿੱਤਾ, ਮਾਲਕ ਨੇ ਉਹਨਾਂ ਦੇ ਮੁਖ ਰਾਹੀਂ ਜੋ ਸਾਨੂੰ ਸਮਝਾਇਆ, ਉਹਨਾਂ ਨੇ ਸਾਨੂੰ ਸਾਰਿਆਂ ਨੂੰ ਇੱਕੋ ਹੀ ਉਪਦੇਸ਼ ਦਿੱਤਾ ਤੇ ਆਖਿਆ ਵੀ ਤੁਸੀਂ ਇੱਕੋ ਹੀ ਮਾਤਾ ਪਿਤਾ ਦੇ ਸਾਰੇ ਬੱਚੇ। ਮਹਾਰਾਜ ਕਹਿੰਦੇ ਏਕ ਪਿਤਾ ਏਕ ਸਕੇਹਮ ਬਾਰਕ। ਹੁਣ ਇੱਕੋ ਮਾਤਾ ਪਿਤਾ ਦੇ ਬੱਚੇ ਹੋਣ ਤੇ ਉਹ ਆਪਸ ਵਿੱਚ ਲੜਨ ਤੇ ਮਾਂ ਪਿਓ ਨੂੰ ਚੰਗਾ ਲੱਗੇ। ਸੰਸਾਰੀ ਮਾਂ ਪਿਓ ਲਾ ਲਓ, ਪਰਮਾਤਮਾ ਨੂੰ ਤਾਂ ਚਲੋ ਨਹੀਂ ਚੰਗਾ ਲੱਗੇਗਾ, ਸੰਸਾਰੀ ਮਾਂ ਪਿਓ ਨੂੰ ਨਹੀਂ ਚੰਗਾ ਲੱਗਦਾ। ਸੰਸਾਰੀ ਮਾਂ ਪਿਓ ਦੇ 2-4 ਬੱਚੇ ਹੋਣ ਤੇ ਉਹ ਆਪਸ ਵਿੱਚ ਲੜਨ ਤੇ ਉਹਦਾ ਫਿਰ ਮਾਂ ਪਿਓ ਦਾ ਹਾਲ ਹੀ ਜਾਣਦਾ ਨਾ ਵੀ ਉਹ ਕੀ ਬੀਤਦੀ ਉਹਨਾਂ 'ਚ। ਕਿਉਂਕਿ ਉਹਨਾਂ ਵਾਸਤੇ ਤਾਂ ਸਾਰੇ ਇੱਕੋ ਜਿਹੇ ਹੁੰਦੇ। ਉਹ ਗਾਂ ਉਹਨਾਂ ਨੂੰ ਲੱਗਦਾ ਬੱਚਿਆਂ ਨੂੰ ਵੀ ਸ਼ਾਇਦ ਵੀ ਇਹ ਸਾਡੇ ਨਾਲ ਵੀ ਵਿਤਕਰਾ ਕਰਦੇ। ਉਹ ਛੋਟਾ ਆਖੇਗਾ ਵੱਡੇ ਨੂੰ ਤੁਸੀਂ ਚੰਗਾ ਸਮਝਦੇ ਹੋ, ਵੱਡਾ ਆਖੇਗਾ ਛੋਟੇ ਨੂੰ ਚੰਗਾ ਸਮਝਦੇ ਹੋ। ਉਹ ਆਪਸ ਵਿੱਚ ਦੁਬਦਾ ਪੈ ਜਾਂਦੀ। ਪਰ ਮਾਂ ਪਿਓ ਨਹੀਂ ਚਾਹੁੰਦੇ ਵੀ ਉਹ ਆਪਸ ਵਿੱਚ ਲੜਨ। ਉਹ ਤਾਂ ਇਹੀ ਚਾਹੁਣਗੇ ਵੀ ਇਕੱਠੇ ਰਹਿਣ, ਪਿਆਰ ਨਾਲ ਰਹਿਣ। ਸੋ ਇਸੇ ਤਰ੍ਹਾਂ ਹੀ ਹੁਣ ਸਾਡਾ ਸਾਰਿਆਂ ਦਾ ਮਾਂ ਪਿਓ ਇੱਕੋ ਹੀ ਨਿਰੰਕਾਰ ਵਾਹਿਗੁਰੂ ਤੇ ਅਸੀਂ ਸਾਰੇ ਉਸ ਦੇ ਬੱਚੇ। ਹੁਣ ਜਦੋਂ ਅਸੀਂ ਆਪਸ ਵਿੱਚ ਲੜਦੇ ਹਾਂ ਜਾਤਾਂ ਦੇ ਨਾਂ 'ਤੇ, ਧਰਮਾਂ ਦੇ ਨਾਂ 'ਤੇ, ਹੋਰ ਅਸੀਂ ਸੰਸਾਰ ਦੇ ਵਿੱਚ ਜਦੋਂ ਅਸੀਂ ਇੱਕ ਦੂਸਰੇ ਨਾਲ ਵੈਰ ਵਿਰੋਧ ਕਰਦੇ ਹਾਂ, ਇੱਕ ਦੂਸਰੇ ਨੂੰ ਨੀਵਾਂ ਦਿਖਾਉਂਦੇ ਹਾਂ, ਇਸ ਤਰ੍ਹਾਂ ਕਰਕੇ ਅਸੀਂ ਪਰਮਾਤਮਾ ਨਿਰੰਕਾਰ ਨੂੰ ਅਸੀਂ ਭਾ ਨਹੀਂ ਸਕਦੇ। ਜੇ ਅਸੀਂ ਆਖਾਂਗੇ ਵੀ ਅਸੀਂ ਉਹਨੂੰ ਚੰਗੇ ਲੱਗਾਂਗੇ ਤੇ ਅਸੀਂ ਉਹਨੂੰ ਚੰਗੇ ਨਹੀਂ ਲੱਗਾਂਗੇ, ਕਿਉਂਕਿ ਮਾਂ ਪਿਓ ਨਹੀਂ ਚਾਹੁੰਦਾ ਵੀ ਮੇਰਾ ਬੱਚਾ ਕਿਸੇ ਨਾਲ ਵੈਰ ਵਿਰੋਧ ਕਰੇ, ਕਿਸੇ ਨਾਲ ਈਰਖਾ ਨਫ਼ਰਤ ਕਰੇ, ਕਿਸੇ ਨਾਲ ਲੜਾਈ ਝਗੜਾ ਕਰੇ। ਉਹ ਇਸ ਵਾਸਤੇ ਫਿਰ ਸਾਨੂੰ ਜੋ ਖੇਲ ਸਮਝਾਇਆ ਗੁਰੂ ਸਾਹਿਬ ਨੇ ਉਹ ਪ੍ਰੇਮ ਦਾ ਮਾਰਗ ਹੈ ਇਹ। ਜੇ ਅਸੀਂ ਪਰਮਾਤਮਾ ਨੂੰ ਮਿਲਣਾ ਚਾਹੁੰਦੇ ਹਾਂ, ਆਪਦੇ ਜੀਵਨ ਦਾ ਲਾਹਾ ਕੱਟਣਾ ਚਾਹੁੰਦੇ ਹਾਂ, ਤੇ ਫਿਰ ਇਸੇ ਕਰਕੇ ਆਪਾਂ ਨੂੰ ਜੋ ਉਪਦੇਸ਼ ਦਿੱਤਾ ਜਾਂਦਾ ਉਹ ਸਾਰਾ ਸਾਡੇ ਮਨਾਂ ਨੂੰ ਤੇ ਮਨ ਨੂੰ ਹਰ ਇੱਕ ਪੱਖੋਂ ਸਮਝਾਏ। ਜਦੋਂ ਹੁਣ ਅਸੀਂ ਇੱਧਰ ਆ ਕੇ ਦੁਖੀ ਹੁੰਦੇ ਹਾਂ, ਵਿਚਾਰਾਂ ਦੇ ਵਿੱਚ ਵੈਰ ਵਿਰੋਧ 'ਚ ਪੈ ਕੇ ਅਸੀਂ ਦੁਖੀ ਹੁੰਦੇ, ਸਾਡਾ ਮਨ ਅਸ਼ਾਂਤ, ਸਾਡਾ ਮਨ ਕਲਪਦਾ। ਤੇ ਜਦੋਂ ਬੱਚਾ ਦੁਖੀ ਹੋਵੇ ਤੇ ਮਾਂ ਪਿਓ ਨੂੰ ਵੀ ਦੁੱਖ ਤਾਂ ਹੁੰਦਾ ਹੀ ਹੈ ਵੀ ਦੇਖੋ ਕਿੰਨਾ ਦੁਖੀ ਹੁੰਦਾ ਫਿਰਦਾ। ਹੁਣ ਮਾਂ ਪਿਓ ਆਵਾਜ਼ਾਂ ਮਾਰਦਾ ਤੇ ਬੱਚਾ ਆਵਾਜ਼ ਵੀ ਨਾ ਸੁਣੇ। ਉਹ ਆਖੇ ਵੀ ਤੁਸੀਂ ਘਰੇ ਆ ਜਾਓ, ਦੁਖੀ ਨਾ ਹੋਵੋ, ਤੇ ਹੁਣ ਇਹ ਆਵਾਜ਼ ਵੀ ਨਹੀਂ ਸੁਣਦਾ। ਇੰਨਾ ਜ਼ਿਆਦਾ ਬੇਮੁਖ ਹੋ ਗਏ, ਮਾਲਕ ਦੀ ਆਵਾਜ਼ ਨੂੰ ਵੀ ਭੁੱਲ ਗਏ। ਤੇ ਮਾਲਕ ਕਹਿੰਦਾ ਮੇਰੇ ਵੱਲ ਦੇਖ ਹੀ ਲਵੇ, ਤੇ ਉਹ ਪਰਮਾਤਮਾ ਵੱਲ ਦੇਖਦਾ ਨਹੀਂ। ਹੁਣ ਮਾਲਕ ਦਾ ਇਹ ਚੇਨ ਚੱਕਰ ਹੀ ਭੁੱਲ ਗਏ, ਮਾਲਕ ਨੂੰ ਵੀ ਭੁੱਲ ਗਏ, ਤੇ ਮਾਲਕ ਦੀ ਜੋ ਆਵਾਜ਼ ਸਾਡੇ ਵਾਸਤੇ ਹੁਕਮ ਸੀ, ਉਹ ਹੁਕਮ ਨੂੰ ਵੀ ਭੁੱਲ ਗਿਆ, ਨਾਮ ਨੂੰ ਵੀ ਭੁੱਲ ਗਿਆ। ਹੁਣ ਮਾਲਕ ਸਿੱਧਾ ਸਮਝਾਉਂਦਾ ਪਰ ਇਹ ਸਮਝਦਾ। ਫਿਰ ਮਾਲਕ ਗੁਰਮੁਖਾਂ ਨੂੰ ਭੇਜਦੇ ਵੀ ਹੁਣ ਮੇਰੀ ਤਾਂ ਮੰਨਦੇ ਨਹੀਂ, ਸਮਝਦੇ ਨਹੀਂ ਹੈ।
ਵੀ ਤੁਸੀਂ ਜਾ ਕੇ ਸਮਝਾਓ, ਤੁਹਾਡੇ ਭਾਈ ਨੇ, ਹੋ ਸਕਦਾ ਤੁਹਾਡੀ ਮੰਨ ਲੈਣ। ਫਿਰ ਆ ਕੇ ਉਹ ਬਾਬਾ ਨੂੰ ਸਮਝਾਉਂਦੇ ਵੀ ਤੁਸੀਂ ਦੁਖੀ ਨਾ ਹੋਵੋ, ਤੁਸੀਂ ਪਰਦੇਸ ਆਏ ਹੋ ਅਤੇ ਮਾਲਕ ਕਹਿ ਰਿਹਾ ਤੁਸੀਂ ਘਰ ਵਾਪਸ ਆਓ। ਅਤੇ ਉਹ ਫਿਰ ਪਰਮਾਤਮਾ ਵੱਲੋਂ ਜੋ ਸਾਨੂੰ ਪਰਮਾਤਮਾ ਕਹਿਣਾ ਚਾਹੁੰਦਾ ਉਹ ਸਾਨੂੰ ਸਾਡੀ ਭਾਸ਼ਾ 'ਚ ਕਹਿੰਦੇ ਵੀ, ਕਿਉਂਕਿ ਅਸੀਂ ਸਿੱਧਾ ਸਮਝਦੇ ਨਹੀਂ ਮਾਲਕ ਨੂੰ। ਫਿਰ ਜੋ ਪਰਮਾਤਮਾ ਕਹਿ ਰਿਹਾ ਉਹ ਗੁਰਮੁਖਾਂ ਦੇ ਮੁਖ ਰਾਹੀਂ ਫਿਰ ਸਾਡੀ ਭਾਸ਼ਾ 'ਚ ਕਹਿੰਦੇ। ਕੀ ਕਹਿੰਦੇ? ਮਹਾਰਾਜ ਫਰਮਾਉਂਦੇ, ਮਨ ਪਰਦੇਸੀ ਵੇ ਪਿਆਰੇ ਆਓ ਘਰੇ, ਵੀ ਘਰੇ ਆਓ, ਤੁਸੀਂ ਪਰਦੇਸ ਗਏ ਹੋ, ਪਰਦੇਸੀ ਹੋ, ਇਹ ਤੁਹਾਡਾ ਦੇਸ਼ ਨਹੀਂ ਹੈ ਜਿੱਥੇ ਤੁਸੀਂ ਆ ਕੇ ਇਹਨੂੰ ਪੱਕਾ ਸਮਝ ਲਏ। ਤੁਸੀਂ ਘਰ ਵਾਪਸ ਆਓ। ਜਦੋਂ ਤੁਸੀਂ ਇਸੇ ਹੀ ਰਹਿਣਾ ਸ਼ੁਰੂ ਕਰ ਦਿੱਤਾ ਤਾਂ ਤੁਸੀਂ ਦੁਖੀ ਹੋ, ਤਾਂ ਤੁਸੀਂ ਅਸ਼ਾਂਤ ਹੋ। ਹੁਣ ਮਾਨਸੀ ਜਿਹੜੇ ਅਗਿਆਨਤਾ ਦੇ ਵਿੱਚ ਇਹਨਾਂ ਨੇ ਸਾਰਾ ਕੁਝ ਇਸ ਲੋਕ ਨੂੰ ਹੀ ਸਮਝ ਲਏ, ਇਹ ਸਰੀਰ ਨੂੰ ਸਾਰਾ ਕੁਝ ਸਮਝ ਲਏ ਜਿਹੜਾ ਮਿੱਥਿਆ ਹੈ। ਫਿਰ ਇਹਦੇ ਨਾਲ ਜਿਹੜੇ ਪਦਾਰਥ ਸੀ ਉਹ ਇਕੱਠੇ ਕਰ ਲਏ ਅਤੇ ਉਹਨਾਂ ਨੂੰ ਸਮਝ ਲਿਆ ਵੀ ਇਹ ਮੇਰੇ ਨਹੀਂ। ਅਤੇ ਮਹਾਰਾਜ ਸੱਚੇ ਪਾਤਸ਼ਾਹ ਸਮਝਾਉਂਦੇ ਵੀ ਇਹ ਸਰੀਰ ਵੀ ਨਹੀਂ ਤੁਹਾਡਾ, ਅਤੇ ਇੱਥੋਂ ਹੋਰ ਤਾਂ ਤੁਹਾਡਾ ਨਾਲ ਹੋਣਾ ਹੀ ਕੀ ਹੈ, ਕਿਉਂਕਿ ਇਹ ਸਰੀਰ ਵੀ ਮਿੱਥਿਆ, ਇਹਨੇ ਵੀ ਤੁਹਾਡੇ ਨਾਲ ਨਹੀਂ ਜਾਣਾ, ਇਹ ਵੀ ਤੁਸੀਂ ਇੱਥੇ ਹੀ ਛੱਡ ਜਾਣਾ। ਇਸ ਲਈ ਮਨ ਨੂੰ ਕਹਿੰਦੇ, ਜਾਗ ਲੈ ਹੋਰੇ ਮਨਾ ਜਾਗ ਲਿਓ, ਕਹਾਂ ਗਾਫਲ ਸੋਇਆ, ਜੋ ਤਨ ਉਪਜਿਆ ਸੰਗ ਹੀ ਸੋ ਵੀ ਸੰਗ ਨਾ ਹੋਇਆ। ਵੀ ਇਹ ਸਰੀਰ ਨੇ ਵੀ ਤੇਰੇ ਸੰਗ ਨਹੀਂ ਜਾਣਾ, ਇਹਨੇ ਵੀ ਇੱਥੇ ਹੀ ਰਹਿ ਜਾਣਾ, ਕੱਪੜਾ ਇੱਥੇ ਹੀ ਲਾ ਕੇ ਛੱਡ ਜਾਂਦੇ ਅਸੀਂ, ਰੋਜ਼ ਦੀ ਰੋਜ਼ ਛੱਡ ਜਾਣਾ। ਸੋ ਇਸ ਵਾਸਤੇ ਫਿਰ ਕਹਿੰਦੇ ਵੀ ਇਹ ਪਰਦੇਸ ਹੈ, ਤੁਹਾਡਾ ਦੇਸ਼ ਨਹੀਂ ਹੈ। ਪਰ ਹੁਣ ਪਰਦੇਸ ਦੇ ਵਿੱਚ ਜਿੰਨੇ ਵੀ ਮਨ ਆਏ ਸਾਰੇ ਦੁਖੀ ਹੋ ਗਏ। ਜਦੋਂ ਦੋ ਚਾਰ ਜੀਵ ਇਕੱਠੇ ਹੁੰਦੇ, ਇੱਕ ਉਹਦਾ ਦੁੱਖ ਦੱਸਦਾ ਹੈ, ਦੂਜਾ ਵੀ ਦੱਸਦਾ ਮੈਂ ਤਾਂ ਤੇਰੇ ਨਾਲ ਵੀ ਵੱਧ ਦੁਖੀ, ਵੀ ਤੇਰੇ ਘਰ ਦਾ ਘੱਟ ਦੁੱਖ ਹੈ, ਮੇਰਾ ਤੇ ਤੋਂ ਵੀ ਜ਼ਿਆਦਾ ਦੁੱਖ ਹੈ। ਹੁਣ ਮਹਾਰਾਜ ਕਹਿੰਦੇ ਦੁਖੀ ਹੈ ਕਿ ਉਹਨੇ, ਕਿਉਂਕਿ ਆਪਦੇ ਦੇਸ਼ ਨੂੰ ਭੁੱਲ ਗਏ, ਆਪਦੇ ਘਰ ਨੂੰ ਭੁੱਲ ਗਏ, ਇਸ ਕਰਕੇ ਦੁਖੀ ਨੇ। ਇਸ ਲਈ ਫਰਮਾਉਂਦੇ, ਮਨ ਪਰਦੇਸੀ ਜੇ ਥੀਏ ਸਭ ਦੇਸ਼ ਪਰਾਇਆ, ਇਸ ਭੇਖ ਵੱਲੋਂ ਗੰਠੜੀ ਦੁਖੀ ਭਰ ਆਇਆ। ਦੁਖੀ ਭਰ ਆਇਆ ਜਗ ਸਵਾਇਆ, ਕੌਣ ਜਾਣੇ ਵਿਧ ਮੇਰੀ। ਨਾ ਬਿਹੂਣੇ ਊਣੇ ਝੂਣੇ ਨਾ ਗੁਰ, ਸ਼ਬਦ ਸੁਣਾਇਆ, ਮਨ ਪਰਦੇਸੀ ਜੇ ਥੀਏ ਸਭ ਦੇਸ਼ ਪਰਾਇਆ। ਵੀ ਪਰਾਏ ਦੇਸ਼ ਵਿੱਚ ਆ ਕੇ ਅਸੀਂ ਹੁਣ ਇੱਥੇ ਹਉਮੈ ਕਰੀਏ, ਹੰਕਾਰ ਕਰੀਏ, ਅਤੇ ਉਦੋਂ ਸਾਡੀ ਅਗਿਆਨਤਾ ਹੀ ਹੈ ਨਾ। ਜਿਵੇਂ ਹੁਣ ਕਈ ਜੀਵ ਇੱਥੋਂ ਪ੍ਰਦੇਸ਼ ਚਲੇ ਜਾਂਦੇ, ਉੱਥੇ ਜਾ ਕੇ ਅਸੀਂ ਲੜਾਈਆਂ ਝਗੜੇ ਕਰੀਏ ਉਹਨਾਂ ਦੇ ਦੇਸ਼ ਦੇ ਵਿੱਚ, ਅਤੇ ਉਹਨਾਂ ਦਾ ਕਾਨੂੰਨ ਭੰਗ ਕਰੀਏ, ਅਤੇ ਫਿਰ ਸਾਨੂੰ ਉਹ ਚੱਕ ਕੇ ਜੇਲ੍ਹ 'ਚ ਸੁੱਟ ਦੇਣਗੇ ਉੱਥੇ। ਸੋ ਇਸੇ ਤਰ੍ਹਾਂ ਹੀ ਹੁਣ ਸਾਡਾ ਮਨ ਇੱਧਰ ਪਰਦੇਸ ਆਇਆ, ਪਰਦੇਸ ਆ ਤਾਂ ਗਿਆ, ਪਰ ਜਿਹੜਾ ਪਰਵਾਨਾ ਸਾਨੂੰ ਦੇ ਕੇ ਭੇਜਿਆ ਸੀ ਮਾਲਕ ਨੇ, ਵੀ ਤੁਸੀਂ ਪਰਵਾਨਾ ਲੈ ਕੇ ਜਾਣਾ ਹੈ, ਅਤੇ ਜਦੋਂ ਤੁਸੀਂ ਉੱਥੇ ਪਰਦੇਸ ਜਾਓਗੇ ਤੁਹਾਨੂੰ ਮੇਰਾ ਹੀ ਰੂਪ ਸਮਝਿਆ ਜਾਏਗਾ, ਅਤੇ ਤੁਹਾਡਾ ਉੱਥੇ ਸਤਿਕਾਰ ਹੋਏਗਾ, ਮਾਣ ਹੋਏਗਾ। ਪਰ ਤੁਸੀਂ ਉੱਥੇ ਮਹਿਮਾਨ ਬਣ ਕੇ ਰਹਿਣਾ, ਇਹ ਨਹੀਂ ਵੀ ਉੱਥੇ ਜਾ ਕੇ ਤੁਸੀਂ ਆਖੋ ਵੀ ਅਸੀਂ ਪੱਕੀ ਇੱਥੇ ਰਹਿਣਾ ਜੀ। ਉੱਥੇ ਕੁਝ ਸਮਾਂ ਰਹਿਣਾ, ਕਿਰਤ ਕਰਨੀ ਅਤੇ ਵਾਪਸ ਮੁੜ ਆਉਣਾ, ਉੱਥੇ ਨਹੀਂ ਰਹਿਣਾ। ਸਿੱਧਾ ਜਾਣਾ ਅਤੇ ਉਹ ਸਮਾਂ ਕਿਰਤ ਕਰਨੀ, ਲਾਹਾ ਖੱਟਣਾ ਅਤੇ ਸਿੱਧਾ ਵਾਪਸ ਆ ਜਾਣਾ। ਹੁਣ ਮਾਲਕ ਨੇ ਜੋ ਪਰਵਾਨਾ ਦੇ ਕੇ ਸਾਨੂੰ ਇੱਧਰ ਭੇਜਿਆ, ਜਦੋਂ ਸਾਨੂੰ ਕਿਰਤ ਨਾਲ ਜੋੜਿਆ ਗਿਆ, ਮਹਾਰਾਜ ਕਹਿੰਦੇ ਕਿਰਤ ਪਾਇਆ ਪਰਵਾਨਾ ਲਿਖਿਆ, ਬੌੜ ਹੁਕਮ ਨਾ ਹੋਈ,
ਜੈਸਾ ਲਿਖਿਆ ਤੈਸਾ ਪੜ੍ਹਿਆ, ਨਾਨਕ ਮੇਟ ਨਾ ਸਕੇ ਕੋਈ। ਬਈ ਉਹ ਜਿਹੜਾ ਪਰਵਾਨਾ ਸਾਨੂੰ ਦਿੱਤਾ ਉਹ ਮਿਟਾਇਆ ਨਹੀਂ ਜਾ ਸਕਦਾ, ਉਹ ਸਾਨੂੰ ਪੜ੍ਹ ਕੇ ਸੁਣਾਇਆ ਜਾ ਸਕਦਾ, ਉਹਦਾ ਸਾਨੂੰ ਭੇਜ ਦਿੱਤਾ ਜਾ ਸਕਦਾ। ਹੁਣ ਉਹ ਜਿਹੜਾ ਪਰਵਾਨਾ ਸੀ ਉਹ ਅਸੀਂ ਨਿੱਜ ਮਹਿਲ 'ਚ ਹੀ ਭੁੱਲ ਗਏ ਫਿਰ ਘਰ ਦੇ ਵਿੱਚ। ਜਦੋਂ ਇੱਧਰ ਅਸੀਂ ਆਏ ਕਾਲ ਦਾ ਦੇਸ਼, ਜਦੋਂ ਕਾਲ ਦੇ ਦੇਸ਼ 'ਚ ਪ੍ਰਵੇਸ਼ ਹੋਏ ਤੇ ਕਾਲ ਦੇ 5 ਜਰਨੈਲ ਨੇ, ਇਹ ਕਾਮ ਕ੍ਰੋਧ ਲੋਭ ਹੰਕਾਰ। ਕਾਲ ਨੇ ਇਹਨਾਂ ਨੂੰ ਹੁਕਮ ਦਿੱਤਾ ਵੀ ਇਹ ਆਪਣੇ ਦੇਸ਼ ਵਿੱਚ ਆਏ ਨੇ, ਵੀ ਇਹਨਾਂ ਦੇ ਪਰਵਾਨੇ ਚੈੱਕ ਕਰੋ, ਬਈ ਇਹ ਕਿਵੇਂ ਆਪਣੇ ਦੇਸ਼ ਵਿੱਚ ਆਏ ਨੇ, ਵੀ ਇਹਨਾਂ ਕੋਲ ਪਾਸਪੋਰਟ ਜਾਂ ਵੀਜ਼ਾ ਹੈਗਾ ਕਿ ਜਾਂ ਇਹ ਵੀ ਗਲਤ ਤਰੀਕੇ ਨਾਲ ਆਪਣੇ ਦੇਸ਼ 'ਚ ਪ੍ਰਵੇਸ਼ ਹੋ ਗਏ। ਹੁਣ ਉਹ ਜਦੋਂ ਪਰਵਾਨੇ ਚੈੱਕ ਹੋਣ ਲੱਗੇ ਤੇ ਉਹ ਕਿਸੇ ਕੋਲ ਪਰਵਾਨੀ ਨਾ ਨਿਕਲੇ ਤੇ ਕਾਲ ਕਹਿੰਦਾ ਵੀ ਇਹ ਚੋਰ ਨੇ, ਇਹ ਗਲਤ ਤਰੀਕੇ ਦੇ ਨਾਲ ਆਪਣੇ ਦੇਸ਼ 'ਚ ਪ੍ਰਵੇਸ਼ ਹੋਏ, ਉਹਨੂੰ ਫੜ ਕੇ ਬੰਦੀਖਾਨੇ 'ਚ ਬੰਦ ਕਰ ਦਿਓ। ਮਹਾਰਾਜ ਕਹਿੰਦੇ ਵੀ ਜਿਹੜਾ ਪਰਵਾਨਾ ਉਹ ਸਿਰਫ ਇੱਕ ਗੁਰੂ ਕੋਲੋਂ ਨਿਕਲਿਆ, ਬਾਕੀ ਸਾਰਿਆਂ ਨੂੰ ਹੀ ਕਾਲ ਨੇ ਫੜ ਕੇ ਅੰਦਰ ਕਰ ਦਿੱਤਾ, ਬੰਦੀਖਾਨੇ 'ਚ ਬੰਦ ਕਰ ਦਿੱਤਾ। ਸਤਿਗੁਰੂ ਕਹਿੰਦੇ ਸਭ ਜਗ ਵਾਧੋ ਕਾਲ ਕੋ, ਬਿਨ ਗੁਰ ਕਾਲ ਅਫਾਰ। ਵੀ ਇੱਕ ਗੁਰੂ ਹੀ ਸੀ ਜਿਹੜਾ ਜਿਹਦੇ ਕੋਲ ਪਰਵਾਨਾ, ਤੇ ਬਾਕੀ ਸਭ ਨੂੰ ਹੀ ਕਾਲ ਨੇ ਫੜ ਕੇ ਬੰਦੀਖਾਨੇ 'ਚ ਬੰਦ ਕਰ ਦਿੱਤਾ। ਹੁਣ ਉਹ ਬੰਦੀਖਾਨੇ 'ਚ ਜਦੋਂ ਸਾਡੇ ਮਨ ਨੂੰ ਬੰਦ ਕਰ ਦਿੰਦੇ, ਫਿਰ ਕਹਿੰਦੇ ਵੀ ਇਹਨੂੰ ਇੱਥੇ ਭੁੱਖਾ ਰੱਖਣਾ, ਇਹਨਾਂ ਨੂੰ ਇੱਥੇ ਨੰਗਾ ਰੱਖਣਾ, ਤੇ ਇਹਨਾਂ ਨੂੰ ਇੱਥੇ ਕੁੱਟੋ, ਫਿਰ ਇਹਨਾਂ ਨੂੰ ਮਨ ਨੂੰ ਗੁਲਾਮ ਬਣਾ ਲੈਂਦੇ, ਵੀ ਭੁੱਖਾ ਰੱਖ ਕੇ ਨੰਗਾ ਰੱਖ ਕੇ ਫਿਰ ਉਹ ਤਸ਼ੱਦਦ ਕਰਦੇ, ਕੁੱਟਦੇ, ਤੇ ਫਿਰ ਕਹਿੰਦੇ ਇਹਨਾਂ ਤੋਂ ਗੁਲਾਮੀ ਕਰਾਓ। ਫਿਰ ਉਹ ਸਾਡੇ ਮਨਾਂ ਨੂੰ ਗੁਲਾਮ ਬਣਾ ਕੇ ਸਾਨੂੰ ਆਪਣੀ ਗੁਲਾਮੀ 'ਤੇ ਲਾ ਲੈਂਦੇ। ਕਿਸੇ ਨੂੰ ਖੇਤੀ 'ਤੇ ਕਰਨ 'ਤੇ ਲਾ ਦਿੱਤਾ, ਕਿਸੇ ਨੂੰ ਦੁਕਾਨ ਬਣਾ ਕੇ ਉਹਦੇ 'ਤੇ ਬਿਠਾ ਦਿੱਤਾ, ਕਿਸੇ ਨੂੰ ਨੌਕਰੀ ਕਰਨ 'ਤੇ ਲਾ ਦਿੱਤਾ, ਕਿਸੇ ਨੂੰ ਦਿਹਾੜੀ ਕਰਨ 'ਤੇ ਲਾ ਦਿੱਤਾ। ਹੁਣ ਸਾਰਾ ਦਿਨ ਸਾਤੋਂ ਆਪਦੀ ਵੰਗਾਰ ਕਰਾਉਂਦੇ, ਆਪਦੀ ਗੁਲਾਮੀ ਕਰਾਉਂਦੇ, ਤੇ ਜਦੋਂ ਵਿਹਲੇ ਹੁੰਦੇ ਭੁੱਖਿਆਂ ਤੇ ਆਇਆ ਜਾ ਕੇ ਬੰਦੀਖਾਨੇ 'ਚ ਫਿਰ ਬੰਦ ਕਰ ਦਿੰਦੇ। ਹੁਣ ਇਹ ਹਾਲਤ ਇੱਥੇ ਮਨਾਂ ਦੀ ਹੋ ਗਈ, ਮਨ ਨੂੰ ਖੁਰਾਕ ਨਹੀਂ ਮਿਲਦੀ, ਭੁੱਖਾ ਹੈ, ਤੇ ਪਹਿਨਣ ਨੂੰ ਜੋ ਸਿਰਸਲਾ ਦਾ ਕੱਪੜਾ ਸੀ ਵਡਿਆਈ ਮਾਲਕ ਦੀ ਉਹ ਨਹੀਂ ਮਿਲਦਾ, ਨੰਗਾ ਹੈ। ਤੇ ਫਿਰ ਇਹਦੇ ਪੈਰਾਂ ਦੇ ਵਿੱਚ ਬੇੜੀਆਂ ਪਾਈਆਂ ਲੋਭ ਦੀਆਂ, ਗਲ ਦੇ ਵਿੱਚ ਵਾਹੀ ਪਾਈ ਹੋਈ ਹੈ। ਸੋ ਇੱਦਾਂ ਦਾ ਭਾਵ ਜਲ ਫਿਰ ਜਿੱਥੇ ਇਹ ਮਨਾਂ ਨੂੰ ਲਿਜਾ ਕੇ ਬੰਦ ਕਰਦੇ, ਵੀ ਜਿੱਥੇ ਕੋਈ ਵੀ ਫਿਰ ਇਹਨਾਂ ਨੂੰ ਆਸਰਾ ਰਹਿਣ ਨਹੀਂ ਦਿੰਦੇ ਨਿਕਲਣ ਦਾ। ਮਹਾਰਾਜ ਸੱਚੇ ਪਾਤਸ਼ਾਹ ਦੱਸਦੇ, ਕਹਿੰਦੇ ਵੀ ਉਹ ਕਿੱਦਾਂ ਦਾ ਭਵ ਜਲ, ਭਵ ਸਾਗਰ ਜਿੱਥੇ ਮਨ ਨੂੰ ਬੰਦ ਕੀਤਾ, ਭਵ ਜਲ ਬਿਖਮ ਡਰਾਵਣੋ, ਨਾ ਕੰਦੀ ਨਾ ਬਾਰ, ਨਾ ਬੇੜੀ ਨਾ ਤੁਲਹੜ, ਨਾ ਤਿਸ ਵੰਝ ਮਿਲਾਰ। ਵੀ ਐਸਾ ਬੰਦੀਖਾਨਾ ਕਾਲ ਨੇ ਬਣਾਇਆ, 4 ਛਪੇਰੇ ਉਹਦੇ ਖਾਈ ਪੁੱਟ ਦਿੱਤੀ। ਜਿਵੇਂ ਅੱਗੇ ਪੁਰਾਣੇ ਸਮਿਆਂ ਦੇ ਵਿੱਚ ਜਦੋਂ ਬੰਦੀ ਬਣਾਇਆ ਜਾਂਦਾ, ਪਾਣੀ ਦੇ ਵਿੱਚ ਉਹ ਕੋਈ ਐਸਾ ਥਾਂ ਬਣਾ ਲੈਂਦੇ ਵੀ 4 ਛਪੇਰੇ ਪਾਣੀ ਹੁੰਦਾ, ਜਿਹਨੂੰ ਅੱਗੇ ਕਹਿੰਦੇ ਵੀ ਕਾਲੇ ਪਾਣੀ ਦੀ ਸਜ਼ਾ ਜੀ ਦਿੱਤੀ। ਉੱਥੋਂ ਨਹੀਂ ਮੁੜਦਾ ਬੰਦਾ, ਜਿਹੜਾ ਘੇਰਾ ਉੱਥੇ ਚਲਿਆ ਗਿਆ ਉੱਥੋਂ ਜਿਉਂਦਾ ਵਾਪਸ ਨਹੀਂ ਆਏਗਾ, ਉੱਥੋਂ ਮਰ ਕੇ ਹੀ ਆਏਗਾ ਵਾਪਸ। ਸੋ ਉਹੀਓ ਹਾਲ ਤੇ ਮਨ ਦੀ ਕਰ ਦਿੰਦੇ ਵੀ ਇਹਨੂੰ ਵੀ ਫਿਰ ਉਹ ਭਵ ਜਲ ਦੇ ਵਿੱਚ ਬੰਦ ਕਰ ਦਿੰਦੇ, ਸਮਝ ਲਓ ਕਾਲੇ ਪਾਣੀ ਦੀ ਸਜ਼ਾ। ਬਈ ਉੱਥੋਂ ਕੋਈ ਆਸਰਾ ਨਹੀਂ, ਉੱਥੇ ਹੀ ਰੱਖਦੇ, ਅੰਦਰ ਹੀ ਭੁੱਖਿਆਂ ਤੇ ਆਇਆ ਤੇ 4 ਛਪੇਰੇ ਇੰਨਾ ਪਾਣੀ ਵੀ ਜੇ ਉੱਥੋਂ ਨਿਕਲਣ ਦੀ ਕੋਸ਼ਿਸ਼ ਵੀ ਕਰੇ ਤੇ ਉਹਨੂੰ ਪਾਰ ਹੀ ਨਹੀਂ ਹੋ ਸਕਦਾ, ਰਾਹ 'ਚ ਹੀ ਦਮ ਤੋੜ ਦੇਵੇ। ਨਾ ਕੋਈ ਬੇੜੀ, ਨਾ ਕੋਈ ਤੁਲਾ, ਨਾ ਵੰਝ, ਨਾ ਕੋਈ ਮਲਾਰ, ਕੋਈ ਵੀ ਨਹੀਂ ਵੀ ਜਿਹੜਾ ਇੱਥੋਂ ਮਨ ਨੂੰ ਪਾਰ ਲੰਘਾ ਸਕੇ।
ਹੁਣ ਇਹ ਹਾਲਤ ਫਿਰ ਜਦੋਂ ਮਨ ਦੀ ਹੋਊਗੀ ਉਦੋਂ ਫਿਰ ਇਹ ਮਨ ਨੇ ਜਿਹੜੇ ਸਾਰੇ ਦੁਖੀ ਹੋ ਜਾਂਦੇ। ਫਿਰ ਕਾਲ ਕਹਿੰਦਾ ਵੀ ਇਹਨਾਂ ਤੋਂ ਆਪਾਂ ਵੰਗਾਰ ਕਰਾਉਂਦੇ ਹਾਂ ਆਪਣੀ, ਵੀ ਇਹ ਹੋਰ ਨਾ ਕਿਤੇ ਆਪਸ ਵਿੱਚ ਸਲਾਹੀ ਨਾ ਕਰ ਲੈਣ ਇਕੱਠੇ ਹੋ ਕੇ ਨਿਕਲਣ ਦੀ ਇੱਥੋਂ। ਇਸ ਕਰਕੇ ਇਹਨਾਂ ਦੇ ਵਿੱਚ ਦੁਬਦਾ ਪਾ ਦਿਆ ਵੀ ਇਕੱਠੇ ਹੋ ਕੇ ਬੈਠ ਨਾ ਸਕਣ, ਵਿਚਾਰ ਨਾ ਕਰ ਸਕਣ ਇਕੱਠੇ ਹੋ ਕੇ। ਉਹ ਐਸੀ ਦੁਬਦਾ ਸਾਡੇ ਅੰਦਰ ਇਹਨਾਂ ਨੇ ਪੈਦਾ ਕੀਤੀ, ਭਰਾ ਉਹ ਨਹੀਂ ਆਪਸ ਵਿੱਚ ਜੁੜ ਕੇ ਬਹਿੰਦੇ, ਅਤੇ ਆਪਸ ਉਹਨਾਂ ਦੀ ਨਹੀਂ ਬਣਦੀ, ਉਹ ਨਹੀਂ ਬਹਿੰਦੇ। ਉਹ ਇੱਦਾਂ ਫਿਰ ਇਹਨਾਂ ਨੇ ਸਾਰਿਆਂ ਦੇ ਅੰਦਰ ਦੁਬਦਾ ਜਿਹੜੀ ਸੀ ਉਹ ਭਰ ਦਿੱਤੀ ਅਤੇ ਸਭ ਨੂੰ ਧੜਿਆਂ 'ਚ ਵੰਡ ਦਿੱਤਾ ਵੀ ਜਦੋਂ ਇਕੱਠੇ ਹੋਣ ਉਦੋਂ ਹੀ ਐਸੀ ਦੁਬਦਾ ਪਾਓ ਵੀ ਉਦੋਂ ਹੀ ਇੱਕ ਦੂਸਰੇ ਨਾਲ ਲੜਨਾ ਸ਼ੁਰੂ ਕਰ ਦੇਣ, ਫਿੱਕਾ ਬੋਲਣ, ਮਾੜਾ ਬੋਲਣ, ਵੀ ਇਹ ਨਾ ਕਿਤੇ ਵਿਚਾਰ ਕਰਨ ਲੱਗ ਜਾਣ ਵੀ ਆਪਾਂ ਇੱਥੋਂ ਨਿਕਲੀਏ ਕਿਵੇਂ, ਆਪਾਂ ਸੁਖੀ ਕਿਵੇਂ ਹੋ ਸਕਦੇ। ਇਹ ਨਹੀਂ ਵਿਚਾਰ ਕਰਨ ਦੇਣਗੇ। ਹੁਣ ਇਹੀਓ ਹਾਲਤ ਸੰਸਾਰ ਦੇ ਵਿੱਚ, ਪਰਦੇਸ ਦੇ ਵਿੱਚ ਮਨ ਆਏ ਸਾਰੇ ਦੁਖੀ ਨੇ, ਅਤੇ ਦੁਖੀ ਹੁੰਦੇ ਹੋਏ ਵੀ ਵਿਚਾਰ ਨਹੀਂ ਕਰਦੇ, ਇੱਕ ਦੂਸਰੇ ਨਾਲ ਨਫ਼ਰਤ ਕਰਦੇ ਨੇ, ਨਿੰਦਿਆ ਕਰਦੇ, ਵੈਰ ਵਿਰੋਧ ਕਰਦੇ ਨੇ, ਇਕੱਠੇ ਹੋ ਕੇ ਨਹੀਂ ਬੈਠਣਗੇ। ਸੋ ਐਸੀ ਅਵਸਥਾ 'ਚ ਫਿਰ ਜਦੋਂ ਇਹ ਮਨਾਂ ਦੀ ਇੱਦਾਂ ਦੀ ਹਾਲਤ ਹੋ ਗਈ, ਫਿਰ ਮਾਲਕ ਭੇਜਦੇ ਗੁਰਮੁਖਾਂ ਨੂੰ ਵੀ ਹੁਣ ਇਹ ਆਪਦੇ ਆਪ ਤਾਂ ਨਿਕਲ ਕੇ ਆਉਣਗੇ ਨਹੀਂ ਉਸ, ਵੀ ਐਸਾ ਬੰਦ ਹੋ ਗਏ ਪਰਦੇਸ ਦੇ ਵਿੱਚ ਜਾ ਕੇ। ਅਤੇ ਫਿਰ ਗੁਰਮੁਖਾਂ ਨੂੰ ਭੇਜਦੇ ਵੀ ਜਾਓ, ਉਹਨਾਂ ਨੂੰ ਜਾ ਕੇ ਸੰਦੇਸ਼ਾ ਦੇਵੋ, ਉਹਨਾਂ ਨੂੰ ਸਮਝਾਓ। ਉਹ ਫਿਰ ਗੁਰਮੁਖ ਮਾਲਕ ਦੇ ਭੇਜੇ ਹੋਏ ਜਦੋਂ ਇੱਧਰ ਆਉਂਦੇ, ਉਹਨਾਂ ਨੇ ਆ ਕੇ ਸ਼ੁਰੂ ਕਰਨਾ ਚੌਥੇ ਪਾਤੋਂ ਸਾਨੂੰ ਸਮਝਾਉਣਾ। ਹੁਣ ਇੱਧਰ ਮਨ ਦੁਬਦਾ 'ਚ ਪਏ ਹੋਏ, ਸੁੱਤੇ ਹੋਏ, ਵੈਰ ਵਿਰੋਧ 'ਚ ਪਏ ਹੋਏ, ਨਾ ਤਾਂ ਅਸੀਂ ਚੌਥੇ ਪਦ ਨੂੰ ਜਾਣਦੇ ਵੀ ਚੌਥਾ ਪਦ ਕਿਹਨੂੰ ਕਹਿੰਦੇ। ਉਹਨਾਂ ਨੇ ਸਾਨੂੰ ਸਮਝਾਉਣਾ, ਸਾਡੇ ਘਰ ਦਾ ਭੇਤ ਦੇਣਾ ਨਿੱਜ ਮਹਿਲ ਦਾ, ਅਤੇ ਨਾ ਅਸੀਂ ਉਹ ਨਿੱਜ ਮਹਿਲ ਨੂੰ ਸਮਝਦੇ ਵੀ ਉਹ ਨਿੱਜ ਮਹਿਲ ਕੀ ਹੈ। ਉਹਨਾਂ ਨੇ ਸਾਨੂੰ ਦੱਸਣਾ ਸਾਡੇ ਦੇਸ਼ ਪਰਲੋਕ ਦਾ, ਅਤੇ ਨਾ ਅਸੀਂ ਪਰਲੋਕ ਨੂੰ ਸਮਝਦੇ ਵੀ ਪਰਲੋਕ ਕੀ ਹੈ। ਫਿਰ ਉਲਟਾ ਜੀਵਾਂ ਨੇ ਉਹਨਾਂ ਨੂੰ ਹੀ ਸਜ਼ਾਵਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਜਿਨ੍ਹਾਂ ਨੇ ਆ ਕੇ ਸਮਝਾਉਣਾ ਸੀ, ਸਾਨੂੰ ਇੱਥੋਂ ਕੱਢਣਾ ਸੀ, ਉਹਨਾਂ ਦੇ ਹੀ ਖਿਲਾਫ, ਉਹਨਾਂ ਦੇ ਹੀ ਉਲਟ ਹੋ ਕੇ ਉਲਟਾ ਉਹਨਾਂ ਨੂੰ ਹੀ ਸਜ਼ਾਵਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਫਿਰ ਮਾਲਕ ਨੇ ਕਿਰਪਾ ਕੀਤੀ, ਰੱਖਿਆ ਕੀਤੀ ਸਮੇਂ ਸਮੇਂ ਮੁਤਾਬਕ। ਭਗਤ ਆਏ, ਭਗਤਾਂ ਨੇ ਜਦੋਂ ਸਮਝਾਇਆ ਅਤੇ ਜੀਵ ਉਹਨਾਂ ਦੇ ਹੀ ਉਲਟ ਹੋ ਗਏ, ਉਹਨਾਂ ਨੂੰ ਹੀ ਸਜ਼ਾਵਾਂ ਦਿੱਤੀਆਂ। ਜਿਵੇਂ ਬਾਬਾ ਕਬੀਰ ਜੀ ਹੋ ਗਏ, ਭਗਤ ਨਾਮਦੇਵ ਜੀ ਹੋ ਗਏ, ਉਹਨਾਂ ਨੂੰ ਇਸ ਤਰ੍ਹਾਂ ਫਿਰ ਸਜ਼ਾਵਾਂ ਦੇਣ ਲੱਗੇ। ਸੋ ਇਸ ਵਾਸਤੇ ਫਿਰ ਵਿਰਲੇ ਸਮਝਦੇ, ਕੋਈ ਸਮਝਦਾ, ਬਹੁਤੇ ਜੀਵ ਉਹਨਾਂ ਦੇ ਖਿਲਾਫ ਹੋ ਜਾਂਦੇ। ਫਿਰ ਮਹਾਰਾਜ ਨੇ ਹੋਰ ਸਾਡੇ ਜੀਵਾਂ 'ਤੇ ਕਿਰਪਾ ਕੀਤੀ। ਫਿਰ ਗੁਰੂ ਨਾਨਕ ਦੇਵ ਜੀ ਨੂੰ ਸਤਿਗੁਰ ਦਾ ਖਿਤਾਬ ਦੇ ਕੇ ਭੇਜਿਆ। ਸਿੱਧਾ ਹੀ ਉਹਨਾਂ ਨੂੰ ਨਾਮ ਦੇ ਵਿੱਚੋਂ ਪ੍ਰਗਟ ਕਰਕੇ ਇਸ ਲੋਕ 'ਚ ਭੇਜਿਆ ਵੀ ਤਾਂ ਕਿ ਅਸੀਂ ਸੰਸਾਰੀ ਜੀਵ ਉਹਨਾਂ ਦਾ ਕੁਝ ਵਿਗਾੜ ਨਾ ਸਕੀਏ। ਮਹਾਰਾਜ ਕਹਿੰਦੇ, ਜਿਨ ਕੋ ਸਤਿਗੁਰ ਥਾਪਿਆ ਤਿਨ ਮੇਟ ਨਾ ਸਕੇ ਕੋਈ, ਉਹਨਾਂ ਅੰਤਰ ਨਾਮ ਨਿਧਾਨ ਹੈ ਨਾਮੋਂ ਪ੍ਰਗਟ ਹੋਈ। ਵੀ ਉਹਨਾਂ ਨੂੰ ਨਾਮ ਜੋ ਪ੍ਰਗਟ ਕਰਕੇ ਇਹ ਸੰਸਾਰ 'ਚ ਭੇਜਿਆ ਗਿਆ ਵੀ ਸਾਨੂੰ ਜੀਵਾਂ ਨੂੰ ਇਸ ਭਵ ਸਾਗਰ ਦੇ ਵਿੱਚੋਂ ਕੱਢ ਕੇ ਸਾਨੂੰ ਪਾਰ ਲੰਘਾਉਣਗੇ। ਜਿਹੜਾ ਬੰਦੀਖਾਨੇ ਸਾਨੂੰ ਕਾਲ ਨੇ ਬੰਦ ਕੀਤਾ, ਵੀ ਇਸ ਬੰਦੀਖਾਨੇ 'ਚੋਂ ਕੱਢ ਕੇ ਸਾਨੂੰ ਇਹ ਭਵ ਸਾਗਰ ਤੋਂ ਪਾਰ ਲੰਘਾ ਕੇ ਆਪਦੇ ਦੇਸ਼ ਪਹੁੰਚਾ ਦੇਣਗੇ। ਇਸ ਲਈ ਮਹਾਰਾਜ ਕਹਿੰਦੇ, ਪ੍ਰਥਮੇ ਨਾਨਕ ਚੰਦ ਜਗਤ ਭਇਓ ਆਨੰਦ, ਤਾਰਨ ਮਨੁੱਖ ਜਨ ਕੀਓ ਪ੍ਰਕਾਸ਼।
ਵੀ ਸਾਨੂੰ ਜੀਵਾਂ ਨੂੰ ਤਾਰਨ ਵਾਸਤੇ ਉਹਨਾਂ ਦਾ ਸੰਸਾਰ 'ਚ ਪ੍ਰਕਾਸ਼ ਹੋਇਆ। ਹੁਣ ਉਹਨਾਂ ਨੇ ਆ ਕੇ ਫਿਰ ਸਾਨੂੰ ਜਦੋਂ ਸਮਝਾਉਣਾ ਸ਼ੁਰੂ ਕੀਤਾ ਤੇ ਨਾਲ ਨਾਲ ਫਿਰ ਮਾਲਕ ਨੇ ਹੁਕਮ ਕੀਤਾ ਵੀ ਇਹ ਇਸ ਤਰ੍ਹਾਂ ਜੀਵ ਸਮਝਦੇ ਨਹੀਂ, ਵੀ ਥੋੜ੍ਹੇ ਸਮਝਦੇ, ਵੀ ਇਹਨੂੰ ਨਾਲ ਨਾਲ ਲਿਖਤੀ ਰੂਪ ਵਿੱਚ ਦੱਸੋ। ਵੀ ਜਾ ਕੇ ਜਦੋਂ ਇਹਨਾਂ ਕੋਲ ਲਿਖਤ ਹੋਈ ਗੁਰੂ ਸਾਹਿਬਾਨਾਂ ਦੀ, ਭਗਤਾਂ ਦੀ, ਫਿਰ ਉਹ ਜਿਨ੍ਹਾਂ ਨੇ ਮਾਲਕ ਨਾਲ ਮਿਲਾਪ ਕੀਤਾ ਸੀ, ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਗੁਰਸਿੱਖਾਂ ਨੂੰ ਭੇਜ ਕੇ ਉਹਨਾਂ ਦੀ ਜੋ ਲਿਖਤ ਸੀ, ਜੋ ਉਹਨਾਂ ਨੂੰ ਮਿਲੀ, ਫਿਰ ਉਹਨੂੰ ਵਾਚਿਆ ਤੇ ਫਿਰ ਉਹਨਾਂ ਨੂੰ ਗੁਰਬਾਣੀ ਗੁਰੂ 'ਚ ਦਰਜ ਕੀਤਾ ਵੀ ਨਾਲ ਨਾਲ, ਤਾਂ ਕਿ ਜਿਹੜਾ ਸੌਖਾ ਸਾਨੂੰ ਸਮਝ ਆਵੇ, ਵੀ ਤਾਂ ਕਿ ਜਦੋਂ ਅਸੀਂ ਜੀਵ ਗੁਰਬਾਣੀ ਨੂੰ ਪੜ੍ਹੀਏ, ਵਾਰ ਵਾਰ ਪੜ੍ਹਾਂਗੇ, ਨਿੱਤ ਪੜ੍ਹਾਂਗੇ, ਤਾਂ ਸਾਨੂੰ ਸਮਝ ਆ ਜਾਏਗੀ ਵੀ ਸਾਨੂੰ ਕੀ ਸਮਝਾਉਣਾ ਚਾਹੁੰਦੇ। ਪਰ ਫਿਰ ਵੀ ਜੀਵ ਵਿਰਲੇ ਵਿਰਲੇ ਸਮਝਦੇ, ਪੜ੍ਹਦੇ ਵੀ ਫਿਰ ਵੀ ਥੋੜ੍ਹੇ ਸਮਝਦੇ, ਕੋਈ ਸਮਝਦਾ ਨਹੀਂ ਤਾਂ ਬਹੁਤੇ ਜੀਵ ਗੁਰਬਾਣੀ ਨੂੰ ਵੀ ਕਰਮ ਨਾਲ ਜੋੜ ਲੈਂਦੇ। ਅਸੀਂ ਆਪ ਕਰਮ ਨਾਲ ਬੱਝੇ ਤੇ ਅਸੀਂ ਸਮਝਦੇ ਵੀ ਸ਼ਾਇਦ ਕਰਮ ਚੰਗੇ ਚਲਾਉਣ ਵਾਸਤੇ ਅਸੀਂ ਗੁਰਬਾਣੀ ਨੂੰ ਪੜ੍ਹਨਾ, ਵੀ ਸਾਡਾ ਕਾਰੋਬਾਰ ਵਧੀਆ ਚੱਲੇ ਜਾਂ ਸਾਨੂੰ ਧਨ ਦੌਲਤ ਦੀ ਕੋਈ ਕਮੀ ਨਾ ਹੋਵੇ, ਇਸ ਵਾਸਤੇ ਜੀਵਾਂ ਨੇ ਕਰਮ ਬਣਾ ਲਿਆ ਵੀ ਸਾਡੇ ਸਰੀਰ ਨੂੰ ਕੋਈ ਰੋਗ ਨਾ ਲੱਗ ਜੇ ਤਾਂ ਕਰਨਾ ਜੀ। ਪਰ ਜੋ ਅਸਲ ਮਕਸਦ ਸੀ ਗੁਰੂ ਸਾਹਿਬਾਨਾਂ ਦਾ, ਭਗਤਾਂ ਦਾ, ਉਹਨੂੰ ਕੋਈ ਵਿਰਲਾ ਵਿਰਲਾ ਹੀ ਸਮਝਦਾ। ਤਾਂਹੀਓ ਮਹਾਰਾਜ ਕਹਿੰਦੇ ਵੀ ਸ਼ਬਦਾਂ ਦੇ ਵਿੱਚ ਸਮਝਾਇਆ ਤਾਂ ਸਾਰਾ ਹੀ ਗਿਆ ਵੀ ਕਿਵੇਂ ਅਸੀਂ ਪਰਮਾਤਮਾ ਨੂੰ ਮਿਲਣਾ, ਪਰ ਇਸ ਨੂੰ ਸਮਝੇਗਾ ਬੁੱਝੇਗਾ ਕੋਈ ਵਿਰਲਾ ਹੀ। ਰਮਾਉਂਦੇ ਸ਼ਬਦਾਂ ਮਾਹੇ ਵਖਾਣੀਏ, ਵਿਰਲਾ ਤਾਂ ਬੁੱਝੇ ਕੋਈ। ਵੀ ਸ਼ਬਦਾਂ ਦੇ ਵਿੱਚ ਵਿਖਿਆਨ ਤਾਂ ਸਾਰੇ ਹੀ ਕੀਤਾ ਗਿਆ, ਸਮਝਾਇਆ ਗਿਆ, ਪਰ ਜੀਵ ਸਮਝਦਾ ਕੋਈ ਵਿਰਲਾ ਵਿਰਲਾ। ਨਹੀਂ ਤਾਂ ਬਹੁਤੇ ਜੀਵ ਸਿਰਫ ਪੜ੍ਹਨ ਤੱਕ ਸੀਮਿਤ, ਪੜ੍ਹੀ ਜਾਂਦੇ, ਪੜ੍ਹਦੇ ਵੀ ਜਿਹੜਾ ਮਨ ਸੀ ਉਹ ਮਨ ਟਿਕਦਾ ਨਹੀਂ। ਜਿਹੜਾ ਮਨ ਇੱਧਰ ਬੰਦੀਖਾਨੇ 'ਚ ਬੰਦ ਕੀਤਾ, ਦੁਬਦਾ ਜਿਹੜੀ ਹੈ ਉਹਨੂੰ ਲੱਗੀ ਹੋਈ, ਤੇ ਇਸ ਕਰਕੇ ਉਹ ਟਿਕਦਾ ਨਹੀਂ, ਫਿਰ ਭੱਜਾ ਫਿਰਦਾ ਵਿਚਾਰਾਂ 'ਚ, ਫੁਰਨਿਆਂ ਦੇ ਵਿੱਚ, ਤਾਂ ਕਰਕੇ ਫਿਰ ਉਹ ਧੋਤਾ ਨਹੀਂ ਜਾਂਦਾ, ਸ਼ੁੱਧ ਨਹੀਂ ਹੁੰਦਾ। ਇਸ ਵਾਸਤੇ ਫਿਰ ਸਾਨੂੰ ਸਤਿਗੁਰਾਂ ਨੇ ਸਮਝਾਇਆ ਵੀ ਇਸ ਤਰ੍ਹਾਂ ਜੀਵ ਆਪਣੇ ਆਪ ਨਹੀਂ ਸਮਝਣਗੇ। ਫਿਰ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਜੋ ਉਪਦੇਸ਼ ਦਿੱਤਾ, ਫਿਰ ਉਹਦੇ ਵਾਸਤੇ ਫਿਰ ਸਥਾਨ ਬਣਾਏ। ਇਹ ਜੋ ਗੁਰੂ ਘਰ ਨੇ, ਇਹ ਸਕੂਲ ਬਣਾਏ ਨੇ ਗੁਰੂ ਸਾਹਿਬ ਨੇ, ਵੀ ਤਾਂ ਕਿ ਜਿਹੜੇ ਜਗਿਆਸੂ ਇੱਥੇ ਆਉਣਗੇ ਵੀ ਉਹਨਾਂ ਨੂੰ ਇੱਥੇ ਆਇਆਂ ਨੂੰ ਸਮਝਾਇਆ ਜਾਏਗਾ ਵੀ ਤੁਹਾਡਾ ਕੀ ਮਕਸਦ ਸੰਸਾਰ 'ਚ ਆਉਣ ਦਾ, ਤੁਸੀਂ ਕਾਹਤੋਂ ਦੁਖੀ, ਕਿਉਂ ਤੁਹਾਡੇ ਪਰਿਵਾਰਾਂ 'ਚ ਕਲੇਸ਼, ਕਿਵੇਂ ਤੁਹਾਡਾ ਇਹ ਕਲੇਸ਼ ਮਿਟ ਸਕਦਾ, ਕਿਵੇਂ ਤੁਸੀਂ ਸੁਖੀ ਹੋ ਸਕਦੇ, ਕਿਵੇਂ ਅਸੀਂ ਸਾਰੇ ਪ੍ਰੇਮ ਦੇ ਨਾਲ ਰਹਿ ਸਕਦੇ। ਇਸ ਵਾਸਤੇ ਫਿਰ ਇਹ ਸਤ ਸੰਗਤ ਜੋ ਇਹ ਸਤਿਗੁਰ ਦਾ ਸਕੂਲ ਹੈ। ਮਹਾਰਾਜ ਕਹਿੰਦੇ ਸਤ ਸੰਗਤ ਸਤਿਗੁਰ ਚਟਸਾਲ ਹੈ, ਜਿਤ ਹਰ ਗੁਣ ਸਿੱਖਾ, ਵੀ ਜਿੱਥੇ ਆ ਕੇ ਇੱਕ ਸਿੱਖ ਨੇ ਇਹ ਸਿੱਖਿਆ ਲੈਣੀ, ਇਹ ਭੇਤ ਲੈਣਾ। ਹੁਣ ਅਸੀਂ ਸਕੂਲ ਤਾਂ ਬਹੁਤ ਬਣਾ ਲਏ, ਪਰ ਸਾਨੂੰ ਉੱਥੇ ਲੋੜ ਚੰਗੇ ਟੀਚਰਾਂ ਦੀ। ਟੀਚਰ ਹੁੰਦੇ ਸੰਤ, ਸਾਧੂ, ਭਗਤ, ਬ੍ਰਹਮ ਗਿਆਨੀ, ਗੁਰਸਿੱਖ, ਗੁਰਮੁਖ, ਇਹ ਟੀਚਰ ਹੁੰਦੇ। ਹੁਣ ਜੇ ਤਾਂ ਕੋਈ ਚੰਗਾ ਟੀਚਰ ਹੋਵੇ ਉਹ ਸਾਨੂੰ ਇਹ ਗਿਆਨ ਦੇ ਸਕਦਾ, ਤੇ ਜੇ ਹੁਣ ਸਕੂਲਾਂ ਦੇ ਵਿੱਚ ਟੀਚਰ ਹੀ ਨਾ ਹੋਣ
ਤੇ ਉਹਨਾਂ ਨੇ ਸਾਨੂੰ ਫਿਰ ਪੜ੍ਹਾਉਣਾ ਕੀ, ਉਹਨਾਂ ਨੇ ਸਾਨੂੰ ਕੀ ਗਿਆਨ ਦੇਣਾ। ਜੇ ਉਹ ਟੀਚਰ ਆਪਸ ਵਿੱਚ ਹੀ ਦੁਵਿਧਾਵਸਤ ਹੋਣ, ਉਹ ਆਪ ਹੀ ਵੈਰ ਵਿਰੋਧ 'ਚ ਪਏ ਹੋਣ, ਤੇ ਉਹਨਾਂ ਨੇ ਸਾਨੂੰ ਕੀ ਗਿਆਨ ਦੇ ਦੇਣਾ। ਜੇ ਉਹ ਆਪ ਹੀ ਨਿੰਦਿਆ ਚੁਗਲੀ ਕਰਦੇ ਹੋਣਗੇ, ਉਹ ਆਪ ਹੀ ਭਵ ਸਾਗਰ ਭਵ ਜਲ ਦੇ ਵਿੱਚ ਬੰਦ ਨੇ, ਕਾਲ ਨੇ ਕੀਤੇ ਹੋਏ, ਤੇ ਉਹ ਸਾਨੂੰ ਕੀ ਸਿੱਖਿਆ ਦੇਣਗੇ, ਕੀ ਸਮਝਾਉਣਗੇ ਸਾਨੂੰ। ਇਸ ਵਾਸਤੇ ਫਿਰ ਆਪਾਂ ਨੂੰ ਜੋ ਗਿਆਨ, ਜੋ ਸੋਝੀ ਸਾਨੂੰ ਗੁਰੂ ਘਰਾਂ ਦੇ ਵਿੱਚ ਆ ਕੇ ਮਿਲਣੀ ਸੀ, ਜੋ ਅਸੀਂ ਉਹ ਗਿਆਨ ਸੋਝੀ ਆਪ ਲੈਣੀ ਸੀ ਤੇ ਅੱਗੇ ਅਸੀਂ ਆਪਦੇ ਬੱਚਿਆਂ ਨੂੰ ਦੇਣੀ ਸੀ, ਉਹ ਸਾਨੂੰ ਸੋਝੀ, ਉਹ ਸਾਨੂੰ ਗਿਆਨ ਹੋਇਆ ਨਹੀਂ। ਤਾਂ ਕਰਕੇ ਨਾ ਤਾਂ ਅਸੀਂ ਆਪ ਸੁਖੀ ਹੋਏ, ਤੇ ਅੱਗੇ ਬੱਚਿਆਂ ਨੇ ਤਾਂ ਹੋਣਾ ਹੀ ਕੀ ਸੀ ਜਦੋਂ ਅਸੀਂ ਆਪ ਹੀ ਨਾ ਹੋਏ। ਤੇ ਉਹ ਦੁਵਿਧਾ ਵੱਧਦੀ ਹੋਰ ਵੱਧ ਗਈ। ਹੁਣ ਆਪਾਂ ਦੇਖਦੇ ਹਾਂ ਵੀ ਬਜ਼ੁਰਗ ਕਹਿੰਦੇ ਵੀ ਸਾਡੇ ਵੇਲੇ ਸਮਾਂ ਚੰਗਾ ਸੀ ਜੀ, ਹੁਣ ਤਾਂ ਸਮਾਂ ਬੜਾ ਮਾੜਾ ਆ ਗਿਆ, ਸਾਡੇ ਦੇਖਦੇ ਦੇਖਦੇ ਆ ਗਏ। ਹੁਣ ਸਮਾਂ ਪਹਿਲਾਂ ਵੀ ਇੱਦਾਂ ਦਾ ਹੀ ਸੀ, ਇਹ ਨਹੀਂ ਹੈ ਵੀ ਆਪਾਂ ਆਖੀਏ ਵੀ ਉਦੋਂ ਲੋਕ ਬਹੁਤ ਵਧੀਆ ਸੀ ਜਾਂ ਹੁਣ ਮਾੜੇ ਨੇ ਜ਼ਿਆਦਾ। ਦੁਵਿਧਾ ਉਦੋਂ ਵੀ ਆਈ ਸੀ ਜਦੋਂ ਗੁਰੂ ਸਾਹਿਬ ਆਏ, ਗੁਰੂ ਨਾਨਕ ਦੇਵ ਜੀ ਆਏ, ਉਦੋਂ ਪਹਿਲਾਂ ਭਗਤ ਆਏ, ਤੇ ਉਦੋਂ ਵੀ ਇਸੇ ਤਰ੍ਹਾਂ ਹੀ ਦੁਵਿਧਾ, ਈਰਖਾ, ਨਫ਼ਰਤ ਉਦੋਂ ਵੀ ਸੀ। ਤਾਂਹੀਓ ਤਾਂ ਉਹਨਾਂ ਨੂੰ ਸਜ਼ਾਵਾਂ ਦਿੱਤੀਆਂ ਗਈਆਂ। ਜੇ ਉਦੋਂ ਜੀਵ ਇੰਨੇ ਹੀ ਚੰਗੇ ਹੁੰਦੇ ਤੇ ਉਹਨਾਂ ਨੂੰ ਸਜ਼ਾ ਕਿਉਂ ਦਿੰਦੇ? ਜੇ ਇੰਨਾ ਹੀ ਚੰਗੇ ਹੁੰਦੇ ਤੇ ਫਿਰ ਗੁਰਮੁਖਾਂ ਨੂੰ ਭੇਜਣ ਦੀ ਲੋੜ ਹੀ ਕੀ ਸੀ? ਮਾਲਕ ਭੇਜਦੇ ਤਾਂ ਉਦੋਂ ਹੀ ਆ, ਵੀ ਜਦੋਂ ਦੇਖਦੇ ਵੀ ਬਹੁਤ ਹੀ ਨਾਸਤਕ ਹੋ ਗਏ, ਵੀ ਬਾਹਲਾ ਹੀ ਭੁੱਲ ਗਏ, ਵੀ ਹੁਣ ਭੇਜੋ ਗੁਰਮੁਖਾਂ ਨੂੰ ਵੀ ਤਾਂ ਕਿ ਜਾ ਕੇ ਸਮਝਾਉਣ, ਉਹਨਾਂ ਨੂੰ ਸੋਝੀ ਦੇਣ, ਵੀ ਘਰ ਵਾਪਸ ਆ ਜਾਣ। ਉਹ ਇਸ ਵਾਸਤੇ ਫਿਰ ਇਹ ਦੁਵਿਧਾ ਜਿਹੜੀ ਹੈ ਪਹਿਲਾਂ ਤੋਂ ਵੀ ਚੱਲਦੀ ਆ ਰਹੀ, ਸਿਰਫ ਵੀ ਇਹ ਸਮਾਂ ਬਦਲਣ ਦੇ ਨਾਲ ਉਹ ਥੋੜ੍ਹੇ ਤਰੀਕਾ ਹੋਰ ਬਦਲ ਜਾਂਦਾ ਹੈ। ਜਿਵੇਂ ਉਦੋਂ ਜੀਵ ਜਾਤਾਂ ਪਾਤਾਂ ਕਰਕੇ ਜ਼ਿਆਦਾ ਦੁਵਿਧਾ, ਈਰਖਾ, ਵੈਰ ਵਿਰੋਧ ਕਰਦੇ ਸੀ, ਤੇ ਹੁਣ ਉਹ ਚੀਜ਼ ਘੱਟ ਗਈ। ਹੁਣ ਥੋੜ੍ਹਾ ਉਹਦਾ ਹੋਰ ਤਰੀਕੇ ਨਾਲ ਜ਼ਿਆਦਾ ਹੋ ਗਿਆ। ਹੁਣ ਜਿਵੇਂ ਕਲਾ ਦਾ ਯੁੱਗ ਹੈ, ਹੁਣ ਵਿਗਿਆਨ ਨੇ ਜ਼ਿਆਦਾ ਤਰੱਕੀ ਕਰ ਲਈ, ਹੁਣ ਉਹ ਜੀਵ ਉੱਧਰ ਨੂੰ ਜ਼ਿਆਦਾ ਹੋ ਗਏ, ਤਾਂ ਕਰਕੇ ਉਹ ਸਹਿਣਸ਼ੀਲਤਾ, ਸਬਰ, ਸੰਤੋਖ ਨਹੀਂ ਰਿਹਾ। ਉਹ ਜਾਣੀ ਦੇ ਆਪਾਂ ਨੂੰ ਦੱਸਦੇ ਵੀ ਜਦ ਤੱਕ ਜੀਵ ਗੁਰੂ ਦੀ ਮੱਤ ਨਹੀਂ ਲੈਂਦਾ, ਚਾਹੇ ਸਮਾਂ ਉਦੋਂ ਪਹਿਲਾਂ ਸੀ, ਜਿਨ੍ਹਾਂ ਨੇ ਉਦੋਂ ਵੀ ਨਹੀਂ ਲਈ ਉਦੋਂ ਵੀ ਦੁਖੀ ਸੀ, ਚਾਹੇ ਸਮਾਂ ਹੁਣ ਦਾ ਹੈ, ਜੇ ਅਸੀਂ ਹੁਣ ਵੀ ਗੁਰੂ ਦੀ ਮੱਤ ਨਹੀਂ ਲੈਂਦੇ, ਦੁਖੀ ਅਸੀਂ ਹੁਣ ਵੀ। ਤੇ ਜਿਨ੍ਹਾਂ ਨੇ ਹੁਣ ਵੀ ਗੁਰੂ ਦੀ ਮੱਤ ਲੈ ਲਈ, ਉਹ ਹੁਣ ਹੀ ਸੁਖੀ ਹੋ ਗਏ। ਇਹ ਨਹੀਂ ਹੈ ਵੀ ਅਸੀਂ ਆਖੀਏ ਵੀ ਹੁਣ ਸਮਾਂ ਜ਼ਿਆਦਾ ਮਾੜਾ ਹੈ ਜੀ, ਅਸੀਂ ਹੁਣ ਹੀ ਆਪਦੀ ਮੱਤ ਛੱਡ ਕੇ ਗੁਰੂ ਦੀ ਮੱਤ ਲੈ ਲਈ ਤੇ ਸਾਡੇ ਵਾਸਤੇ ਹੁਣ ਹੀ ਸਤਿਯੁਗ ਹੈ। ਇਹ ਤਾਂ ਸਾਡਾ ਆਪਣਾ ਸਾਰਿਆਂ ਦਾ ਮਨ ਦਾ ਖੇਲ ਹੈ, ਵੀ ਜੇ ਸਾਡਾ ਮਨ ਹੁਕਮ ਦੇ ਵਿੱਚ ਆ ਗਿਆ ਤੇ ਅਸੀਂ ਸੁਖੀ ਹੋ ਗਏ, ਤੇ ਸਾਡੇ ਵਾਸਤੇ ਸਭ ਚੰਗਾ ਹੀ ਚੰਗਾ, ਕੁਝ ਮਾੜਾ ਹੈ ਹੀ ਨਹੀਂ ਹੈ। ਤੇ ਜੇ ਹੁਣ ਅਸੀਂ ਆਪ ਨਹੀਂ ਹੁਕਮ 'ਚ ਆਏ, ਫਿਰ ਅਸੀਂ ਕਹਿੰਦੇ ਵੀ ਉਹ ਮਾੜਾ ਹੈ ਜੀ, ਸਾਡੇ ਵੇਲੇ ਸਮਾਂ ਚੰਗਾ ਸੀ, ਹੁਣ ਬਾਹਲਾ ਸਮਾਂ ਮਾੜਾ ਹੈ ਜੀ। ਉਹ ਇਸ ਵਾਸਤੇ ਆਪਾਂ ਨੂੰ ਸਮਝਾਉਂਦੇ ਵੀ ਜੇ ਤਾਂ ਅਸੀਂ ਪਰਮਾਤਮਾ ਨੂੰ ਚੇਤੇ ਕਰਦੇ ਹਾਂ, ਫਿਰ ਤਾਂ ਸਮਾਂ ਚੰਗਾ ਹੀ ਚੰਗਾ। ਜੇ ਅਸੀਂ ਭੁੱਲੇ ਹਾਂ ਤੇ ਉਦੋਂ ਵੀ ਮਾੜਾ ਸੀ ਤੇ ਹੁਣ ਵੀ ਮਾੜਾ ਹੀ ਹੈ। ਇਸ ਵਾਸਤੇ ਮਹਾਰਾਜ ਕਹਿੰਦੇ, ਨਾਨਕ ਸੋਈ ਦਿਨ ਸੁਹਾਵੜਾ, ਜਿਤ ਪ੍ਰਭਾਵੇ ਚਿੱਤ, ਜਿਸ ਦਿਨ ਵਿਸਰੇ ਪਾਰ ਬ੍ਰਹਮ, ਫਿੱਟ ਭਲੇਰੀ ਰੁੱਤ। ਵੀ ਜਦੋਂ ਸਾਨੂੰ ਮਾਲਕ ਵਿਸਰ ਹੀ ਗਿਆ, ਉਹ ਰੁੱਤ ਵੀ ਮਾੜੀ, ਉਹ ਸਮਾਂ ਵੀ ਮਾੜਾ, ਉਹ ਦਿਨ ਵੀ ਮਾੜਾ, ਸਾਰਾ ਕੁਛ ਹੀ ਮਾੜਾ। ਤੇ ਜੇ ਅਸੀਂ ਸਿਮਰਨ ਕਰਦੇ ਹਾਂ, ਸਾਡੇ ਵਾਸਤੇ ਸਾਰਾ ਕੁਛ ਹੀ ਚੰਗਾ। ਆਓ ਹੁਣ ਜੋ ਮਹਾਰਾਜ ਆਪਾਂ ਨੂੰ ਵਾਰ-ਵਾਰ ਕਹਿੰਦੇ ਸਿਮਰਨ ਅਭਿਆਸ ਕਰਨ ਨੂੰ, ਵੀ ਤਾਂ ਕਿ ਆਪਣਾ ਜਿਹੜਾ ਮਨ ਇਸ ਬੰਦੀ ਖਾਨੇ 'ਚੋਂ ਆਜ਼ਾਦ ਹੋ ਸਕੇ, ਉਹਦੇ ਵਾਸਤੇ ਆਪਾਂ ਹੁਣ ਅਭਿਆਸ ਕਰਨਾ। ਆਓ ਸਾਰੇ ਗੁਰਮੁਖ ਪਿਆਰੇ, ਕਰੋ ਜੀ ਸ਼ੁਰੂ।
ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਤਰੀਕੇ ਨਾਲ ਗੁਰਮੁਖੋ ਜਿਉਂ-ਜਿਉਂ ਆਪਾਂ ਇਹ ਸਿਮਰਨ ਅਭਿਆਸ ਕਰਦੇ ਨਾਲ ਨਾਲ ਸਤਸੰਗਤ ਕਰਦੇ ਹਾਂ, ਸਾਨੂੰ ਗਿਆਨ ਹੁੰਦਾ ਹੈ। ਜਦੋਂ ਸਾਡੇ ਮਨ ਨੂੰ ਗਿਆਨ ਹੁੰਦਾ, ਸੋਝੀ ਆਉਂਦੀ, ਫਿਰ ਇੱਥੋਂ ਨਿਕਲਣ ਦੀ ਕੋਸ਼ਿਸ਼ ਕਰਦਾ। ਜਦ ਤੱਕ ਹੁਣ ਸਾਨੂੰ ਗਿਆਨ ਨਹੀਂ, ਅਸੀਂ ਤਾਂ ਇੱਥੋਂ ਨਿਕਲਣ ਦੀ ਕੋਸ਼ਿਸ਼ ਹੀ ਨਹੀਂ ਕਰਦੇ। ਪਿੰਜਰੇ ਦੇ ਵਿੱਚ ਅਸੀਂ ਆਪ ਹੀ ਬੰਦ ਹੋਏ ਹੋਏ। ਸਿਰਫ ਫਰਕ ਇੰਨਾ ਕੀ ਹੈ ਵੀ ਕੋਈ ਪਿੰਜਰਾ ਲੋਹੇ ਦਾ, ਕੋਈ ਸੋਨੇ ਦਾ ਹੈ, ਅਸੀਂ ਬੰਦ ਹੀ। ਤੇ ਆਪਾਂ ਨੂੰ ਸਮਝਾਉਂਦੇ ਵੀ ਆਜ਼ਾਦ ਅਸੀਂ ਇਹ ਤੋਂ ਫੇਰ ਹੋਣ ਦੀ ਕੋਸ਼ਿਸ਼ ਕਰਦੇ ਜਦੋਂ ਸਾਨੂੰ ਗਿਆਨ ਹੁੰਦਾ, ਜਦੋਂ ਸਾਨੂੰ ਸੋਝੀ ਆਉਂਦੀ, ਫਿਰ ਸਾਨੂੰ ਪਤਾ ਲੱਗਦਾ ਵੀ ਅਸੀਂ ਇਸ ਲੋਕ ਦੇ ਵਾਸੀ ਨਹੀਂ, ਅਸੀਂ ਇੱਥੇ ਦੇ ਰਹਿਣ ਵਾਲੇ ਨਹੀਂ। ਫਿਰ ਆਪਾਂ ਨਿਕਲਣ ਦੀ ਕੋਸ਼ਿਸ਼ ਕਰਦੇ ਹਾਂ ਇੱਥੋਂ, ਵੀ ਇੱਥੋਂ ਅਸੀਂ ਹੁਣ ਕਿਵੇਂ ਨਿਕਲੀਏ। ਉਹਦੇ ਵਾਸਤੇ ਫਿਰ ਅਸੀਂ ਗੁਰੂ ਦੀ ਮੱਤ ਲੈਂਦੇ ਹਾਂ ਵੀ ਆਪਦੇ ਆਪ ਤਾਂ ਨਿਕਲ ਨਹੀਂ ਸਕਦੇ, ਗੁਰੂ ਦੀ ਮੱਤ ਲੈ ਕੇ ਨਿਕਲ ਸਕਦੇ ਹਾਂ। ਜਾਣੀ ਦੀ ਨਿਕਲਾਂਗੇ ਅਸੀਂ ਇੱਥੋਂ ਫੇਰ ਹੀ, ਜੇ ਅਸੀਂ ਪਹਿਲਾਂ ਆਪ ਨਿਕਲਣ ਲਈ ਤਿਆਰ ਹੋਵਾਂਗੇ। ਜੇ ਅਸੀਂ ਆਪ ਹੀ ਤਿਆਰ ਨਹੀਂ ਇੱਥੋਂ ਨਿਕਲਣ ਲਈ, ਤੇ ਫਿਰ ਸਾਨੂੰ ਇੱਥੋਂ ਕੋਈ ਵੀ ਨਹੀਂ ਕੱਢ ਸਕਦਾ। ਹੁਣ ਕੀ ਹੈ ਵੀ ਜਿਵੇਂ ਗੁਰੂ ਸਾਹਿਬ ਆਏ, ਗੁਰੂ ਨਾਨਕ ਦੇਵ ਜੀ ਆਏ, ਉਦੋਂ ਵੀ ਨਿਕਲੇ ਕੌਣ? ਸਾਰੇ ਥੋੜ੍ਹੀ ਨਿਕਲ ਗਏ। ਨਿਕਲੇ ਉਹੀ ਜਿਹੜੇ ਨਿਕਲਣ ਲਈ ਰਾਜੀ ਹੋਏ ਵੀ ਅਸੀਂ ਇੱਥੋਂ ਨਿਕਲਣਾ ਚਾਹੁੰਦੇ ਹਾਂ, ਵੀ ਅਸੀਂ ਦੁਬਾਰਾ ਨਹੀਂ ਆਉਣਾ ਚਾਹੁੰਦੇ, ਉਹ ਨਿਕਲੇ। ਤੇ ਜਿਨ੍ਹਾਂ ਨੇ ਮੰਨਿਆ ਹੀ ਨਹੀਂ ਉਹਨਾਂ ਨੂੰ, ਜਿਨ੍ਹਾਂ ਨੇ ਇਹੀ ਸਮਝਿਆ ਵੀ ਇਹ ਤਾਂ ਜੀ ਐਵੇਂ ਹੀ ਕਹਿੰਦੇ, ਸਾਰਾ ਕੁਛ ਇੱਥੇ ਹੀ ਹੈ, ਰੰਗ ਤਮਾਸ਼ੇ ਇੱਥੇ ਹੀ, ਮੌਜਾਂ ਕਰੋ, ਤੇ ਅੱਗਾ ਕਿਹਨੇ ਦੇਖੀ, ਉਹ ਨਹੀਂ ਨਿਕਲੇ, ਕਿਉਂਕਿ ਉਹ ਤਿਆਰ ਹੀ ਨਹੀਂ ਇੱਥੋਂ ਨਿਕਲਣ ਵਾਸਤੇ। ਇਸ ਵਾਸਤੇ ਅਖੀਰੀ ਇੱਛਾ ਜਿਹੜੀ ਉਹ ਆਪਣੇ 'ਤੇ, ਵੀ ਅਸੀਂ ਇੱਥੋਂ ਨਿਕਲਣਾ ਚਾਹੁੰਦੇ ਹਾਂ ਕਿ ਜਾਂ ਨਹੀਂ ਚਾਹੁੰਦੇ। ਜੇ ਹੁਣ ਸਾਨੂੰ ਗਿਆਨ ਹੋਏਗਾ, ਸੋਝੀ ਆਏਗੀ, ਸਾਨੂੰ ਪਤਾ ਲੱਗ ਜਾਂਦਾ ਵੀ ਇਹ ਸੰਸਾਰ ਦੁੱਖਾਂ ਦਾ ਘਰ ਹੈ, ਇੱਥੇ ਸੁੱਖ ਨਹੀਂ ਹੈ, ਇੱਥੇ ਕਿਸੇ ਚੀਜ਼ ਵਿੱਚ ਵੀ ਸੁੱਖ ਨਹੀਂ ਹੈ। ਤੇ ਫਿਰ ਅਸੀਂ ਇੱਥੋਂ ਨਿਕਲਣ ਦੀ ਕੋਸ਼ਿਸ਼ ਕਰਦੇ ਵੀ ਇੱਥੋਂ ਦੁੱਖਾਂ ਦੇ ਘਰ 'ਚੋਂ ਹੁਣ ਨਿਕਲੀਏ ਕਿਵੇਂ। ਫਿਰ ਬੇਨਤੀਆਂ, ਫਿਰ ਜੋਦੜੀਆਂ। ਜਦੋਂ ਅਸੀਂ ਆਪ ਤਿਆਰ ਹੋਵਾਂਗੇ ਇੱਥੋਂ ਨਿਕਲਣ ਲਈ, ਫਿਰ ਸਾਨੂੰ ਇੱਥੋਂ ਗੁਰੂ ਕੱਢਦਾ।
जद तक असी आप ही राजी नहीं, सानू हजे इधर मौज मस्तियां चंगियां लगदियां। असी कहने भी संसार दे विच हजे होर रंग तमाशे देख लीए जी, भी हजे किहड़ा असी चले हैं इत्थों कितों, हजे तो बथेरा समा पिया है। जानी भी साडा मन तैयार नहीं इत्थों निकलण वास्ते, असी इत्थों राजी नहीं है, तां करके सानू समा ज़्यादा लगता है। नहीं तो जे असी राजी हो जाइए निकलण वास्ते, गुरु तो तैयार बैठा है सानू कढ़ण लई, वो असी नहीं इत्थों निकलना चाहुंदे। साडा ही इधर इन्ना प्यार पाया होया माया दे नाल, वो बंधनां दे विच असी इन्ना बझे होए हैं, इधर असी इहनूं छड्डना नहीं चाहुंदे। दुखी भी होई जाने हैं, ये नहीं भी असी सुखी हाँ, दुखी भी होंदे हैं, एक दूसरे नूं दुख दसदे भी हैं, पर फिर भी नहीं छड्डना चाहुंदे। इस वास्ते फिर आपां नूं तां करके सत संगत करनी पैंदी, सिमरन करना पैंदा भी, ताकि असी राजी हो जाइए, साडा मन राजी हो जाए ਇਹ ਤੋਂ ਨਿਕਲਣ ਵਾਸਤੇ। ਤੇ ਜਦੋਂ ਇਹ ਰਾਜੀ ਹੋ ਗਿਆ ਫਿਰ ਕੋਈ ਢਿੱਲ ਨਹੀਂ ਹੈ। ਮਾਰੇ ਕਹਿੰਦੇ ਮਿਲਦਿਆਂ ਢਿੱਲ ਨਾ ਹੋਵੇ ਜੇ ਨੀਅਤ ਰਾਸ ਕਰੇ, ਵੀ ਮਾਲਕ ਨੇ ਕੋਈ ਢਿੱਲ ਥੋੜ੍ਹੀ ਉਹਦੇ ਘਰ ਦੇ ਵਿੱਚ, ਉਹਦੇ ਘਰ 'ਚ ਕੋਈ ਦੇਰ ਥੋੜ੍ਹੀ, ਉਹ ਤਾਂ ਸਾਨੂੰ ਆਵਾਜ਼ਾਂ ਮਾਰਦਾ, ਦਿਨ ਰਾਤ ਆਵਾਜ਼ਾਂ ਮਾਰਦਾ, ਅਸੀਂ ਨਹੀਂ ਸੁਣਦੇ। ਉਹ ਤਾਂ ਸਾਨੂੰ ਬੁਲਾਉਂਦਾ ਵੀ ਘਰੇ ਆਵੋ, ਅਸੀਂ ਜਾਂਦੇ ਹੀ ਨਹੀਂ, ਆਪ ਨਹੀਂ ਅਸੀਂ ਜਾਂਦੇ, ਅਤੇ ਅਸੀਂ ਦੋਸ਼ ਉਹਨੂੰ ਦਿੰਦੇ ਹਾਂ, ਪਰਮਾਤਮਾ ਨੂੰ ਦੋਸ਼ ਦਿੰਦੇ ਵੀ ਉਹ ਨਹੀਂ ਜੀ ਸਾਨੂੰ ਬੁਲਾਉਂਦਾ, ਉਹਨੇ ਸਾਡੀ ਕਿਸਮਤ ਮਾੜੀ ਲਿਖਤੀ, ਉਹਨੇ ਸਾਡੇ ਕਰਮ ਮਾੜੇ ਲਿਖਤੇ, ਉਹ ਅਸੀਂ ਉਹਨੂੰ ਦੋਸ਼ ਦੇਈ ਜਾਂਦੇ, ਆਪ ਦਾ ਮੰਨਦੇ ਹੀ ਨਹੀਂ। ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਵੀ ਜਦੋਂ ਸਾਨੂੰ ਗਿਆਨ ਹੁੰਦਾ ਫਿਰ ਅਸੀਂ ਇੱਥੋਂ ਨਿਕਲਣ ਵਾਸਤੇ ਕੋਸ਼ਿਸ਼ ਕਰਦੇ ਹਾਂ, ਫਿਰ ਅਸੀਂ ਇੱਥੋਂ ਬੇਨਤੀਆਂ ਜੋਦੜੀਆਂ ਕਰਦੇ ਹਾਂ, ਅਤੇ ਫਿਰ ਸਾਨੂੰ ਇੱਥੋਂ ਗੁਰੂ ਕੱਢ ਲੈਂਦਾ। ਸੋ ਇਸ ਵਾਸਤੇ ਹੁਣ ਇਹ ਆਪਾਂ ਵੱਧ ਤੋਂ ਵੱਧ ਸਿਮਰਨ ਕਰਨਾ, ਕਿਸੇ ਹੋਰ ਵਾਸਤੇ ਨਹੀਂ, ਆਪਦੇ ਵਾਸਤੇ ਵੀ, ਤਾਂ ਕਿ ਸਾਡਾ ਮਨ ਮੰਨ ਜੇ, ਸਾਡਾ ਮਨ ਇੱਥੋਂ ਨਿਕਲਣ ਵਾਸਤੇ ਰਾਜੀ ਹੋ ਜੇ। ਅਤੇ ਗੁਰਬਾਣੀ ਗੁਰੂ ਨੂੰ ਵੀ ਆਪਾਂ ਇਸੇ ਕਰਕੇ ਪੜ੍ਹਨਾ ਵੀ ਤਾਂ ਕਿ ਸਾਡਾ ਮਨ ਮੰਨ ਜੇ, ਵੀ ਇਹ ਤਿਆਰ ਹੋ ਜੇ ਵੀ ਮੈਂ ਦੁੱਖਾਂ ਦਾ ਘਰ ਛੱਡਣਾ ਜੀ, ਮੈਂ ਸੁੱਖਾਂ ਦੇ ਘਰ ਜਾਣਾ। ਅਤੇ ਇਸੇ ਕਰਕੇ ਸੰਗਤ ਕਰਦੇ ਵੀ ਤਾਂ ਕਿ ਸਾਡਾ ਮਨ ਮੰਨ ਜੇ, ਰਾਜੀ ਹੋ ਜੇ ਵੀ ਮੈਂ ਜਾਣਾ ਜੀ ਇੱਥੋਂ, ਵੀ ਇਹਨੂੰ ਮੈਂ ਛੱਡਾਂ। ਸੋ ਇਸ ਵਾਸਤੇ ਹੁਣ ਇਹ ਆਪਾਂ ਫਿਰ ਵੱਧ ਤੋਂ ਵੱਧ ਕੋਸ਼ਿਸ਼ ਕਰਨੀ, ਸਿਮਰਨ ਕਰਨਾ, ਗੁਰਬਾਣੀ ਗੁਰੂ ਨੂੰ ਪੜ੍ਹਨਾ ਅਤੇ ਸੰਗਤ ਕਰਨਾ। ਇਹ ਜੋ ਸਾਰਾ ਭੇਦ ਗੁਰਬਾਣੀ ਗੁਰੂ ਦੁਆਰਾ ਆਪਾਂ ਦਿੱਤਾ ਮਹਾਂਪੁਰਖਾਂ ਨੇ, ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਧਰਮਾਲਾ, ਵੀ ਜੋ ਆਪਣੇ ਜੀਵਨ ਦਾ ਅਸਲ ਮਕਸਦ ਪਰਮਾਤਮਾ ਵਾਹਿਗੁਰੂ ਨੂੰ ਮਿਲਣਾ ਹੈ, ਇਹ ਗੱਲ ਆਪਾਂ ਭੁੱਲਣੀ ਨਹੀਂ, ਇਹਨੂੰ ਚੇਤੇ ਰੱਖਣਾ। ਜੇ ਅਸੀਂ ਇੰਨਾ ਕੁ ਵੀ ਚੇਤੇ ਰੱਖੀਏ ਵੀ ਅਸੀਂ ਇੱਥੇ ਪਰਮਾਤਮਾ ਨੂੰ ਮਿਲਣ ਆਏ ਹਾਂ ਜੀ, ਵੀ ਸਾਡਾ ਇਹ ਮਕਸਦ ਇਹ ਮਨੋਰਥ ਹੈ, ਫਿਰ ਵੀ ਅਸੀਂ ਵਾਹਿਗੁਰੂ ਨੂੰ ਚੇਤੇ ਕਰਦੇ ਰਹੀਏ। ਉਹ ਜਦੋਂ ਅਸੀਂ ਇਹ ਵੀ ਭੁੱਲ ਜਾਂਦੇ ਹਾਂ ਵੀ ਅਸੀਂ ਇੱਥੇ ਲੈਣ ਕੀ ਆਏ ਹਾਂ, ਫਿਰ ਅਸੀਂ ਵੈਰ ਵਿਰੋਧ ਕਰਨਾ ਸ਼ੁਰੂ ਕਰ ਦਿੰਦੇ, ਫਿਰ ਨਿੰਦਿਆ ਕਰਨੀ ਸ਼ੁਰੂ ਕਰ ਦਿੰਦੇ। ਸੋ ਇਸ ਵਾਸਤੇ ਹੁਣ ਇਹ ਆਪਾਂ ਇੰਨਾ ਵੀ ਯਾਦ ਰੱਖਣਾ ਵੀ ਅਸੀਂ ਪਰਮਾਤਮਾ ਨੂੰ ਮਿਲਣਾ ਅਤੇ ਉਹਨੂੰ ਮਿਲਣ ਵਾਸਤੇ ਆਏ। ਸੋ ਇੰਨੀਆਂ ਬੇਨਤੀਆਂ, ਇੰਨੇ ਵਿਚਾਰ ਕਰਦੇ ਹਾਂ। ਜੇ ਕੋਈ ਐਸਾ ਸ਼ਬਦ ਬੋਲਿਆ ਗਿਆ ਹੋਵੇ ਸੰਗਤ ਅਤੇ ਸਤਿਗੁਰੂ ਬਖਸ਼ਣ ਯੋਗ ਨੇ ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ 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 Good.